ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 250 ਤੇ ਪਹਿਲੀ ਪੰਕਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜਾਂ ਏਕ ਓੰਕਾਰ। ਭਾਈ ਗੁਰਦਾਸ ਜੀ ਨੇ ਇਸ ਨੂੰ ਏਕ ਓੰਕਾਰ ਉਚਾਰਨ ਕੀਤਾ ਹੈ, ਪਰ ਸਿੱਖ ਜਗਤ ਦੇ ਵਿੱਚ ਆਮ ਤੌਰ 'ਤੇ ਇੱਕ ਓੰਕਾਰ ਉਚਾਰਨ ਕੀਤਾ ਜਾਂਦਾ ਹੈ। ਅਰਥ ਇੱਕੋ ਹੀ ਹੈ। ਇੱਕ ਹਿੰਦੀ ਦਾ ਇੱਕ ਪੰਜਾਬੀ ਦਾ ਅਰਥ ਉਹੀ ਹੈ। ਏਕ ਓੰਕਾਰ ਭਾਵ ਪਰਮਾਤਮਾ ਸਤਿਗੁਰ ਗੁਰੂ ਦੀ ਪ੍ਰਸਾਦ ਕਿਰਪਾ ਨਾਲ। ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੌੜੀ 52 ਅੱਖਰੀ ਮਹਿਲਾ ਪੰਜਵਾਂ। 52 ਅੱਖਰੀ ਬਾਣੀ ਦਾ ਨਾਮ ਹੈ। 52 ਹਿੰਦੀ ਦਾ ਸ਼ਬਦ ਹੈ 52 52 52 ਅੱਖਰਾਂ ਵਾਲੀ ਕਹਿੰਦੇ ਬਾਣੀ ਹੈ। ਸ਼ਲੋਕ। ਸ਼ਲੋਕ ਸੰਸਕ੍ਰਿਤ ਦਾ ਸ਼ਬਦ ਹੈ, ਇਸ ਲਈ ਇਸ ਨੂੰ ਸੱਸੇ ਦੇ ਪੈਰ ਬਿੰਦੀ ਲਾ ਕੇ ਬੋਲਣਾ। ਸ਼ਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ। ਜੇ ਸੱਸੇ ਨੂੰ ਔਂਕੜ ਨਾ ਹੁੰਦਾ ਫਿਰ ਆਪਾਂ ਪੜ੍ਹਦੇ ਪਰਮੇਸ਼ਰਾ, ਫਿਰ ਸੱਸੇ ਦੇ ਪੈਰ ਬਿੰਦੀ ਲਾ ਕੇ ਪੜ੍ਹਦੇ, ਕਿਉਂਕਿ ਹਿੰਦੀ ਦਾ ਸ਼ਬਦ ਹੈ ਪਰਮੇਸ਼ਵਰ, ਉਸ ਤੋਂ ਬਣੇ ਪਰਮੇਸ਼ਰ, ਉਸ ਤੋਂ ਬਣੇ ਪਰਮੇਸ਼ਵਰਾ। ਜਦੋਂ ਔਂਕੜ ਲੱਗ ਗਿਆ ਫਿਰ ਬਿੰਦੀ ਨਹੀਂ ਲੱਗੇਗੀ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ। ਗੁਰਦੇਵ ਭਾਵ ਗੁਰੂ। ਗੁਰੂ ਜੀ ਸਾਡੀ ਮਾਤਾ ਹਨ, ਗੁਰੂ ਜੀ ਸਾਡੇ ਪਿਤਾ ਹਨ, ਗੁਰੂ ਜੀ ਸਾਡੇ ਸਵਾਮੀ ਨੇ, ਰੱਬ ਰੂਪ ਨੇ। ਗੁਰੂ ਮਹਾਰਾਜ ਪਰਮੇਸ਼ਰ ਦਾ ਰੂਪ ਨੇ, ਕਿਉਂਕਿ ਬਾਣੀ ਦੇ ਗੁਰ ਪਰਮੇਸ਼ਰ ਇੱਕ ਹੋ ਜਾਣ। ਵੀ ਗੁਰੂ ਅਤੇ ਪਰਮਾਤਮਾ 'ਚ ਫਰਕ ਨਹੀਂ ਸਮਝਣਾ। ਗੁਰੂ ਪਰਮਾਤਮਾ ਨਹੀਂ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ। ਪਰਮਾਤਮਾ ਅਲੱਗ ਹੈ, ਹਸਤੀ ਹੈ, ਗੁਰੂ ਅਲੱਗ ਹੈ। ਕਿਉਂਕਿ ਜੇ ਗੁਰੂ ਪਰਮਾਤਮਾ ਹੁੰਦਾ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ ਜਾ ਕੇ ਪਰਮਾਤਮਾ ਮਿਲਣ ਦੀ ਲੋੜ ਨਹੀਂ ਸੀ, ਜੋ ਆਪ ਹੀ ਪਰਮਾਤਮਾ ਹੁੰਦੇ। ਉਹ ਰੱਬ ਰੂਪ ਹੁੰਦੇ ਹਨ। ਜਿਵੇਂ ਬ੍ਰਹਮ ਗਿਆਨੀ ਹੈ, ਬਾਣੀ ਬ੍ਰਹਮ ਗਿਆਨੀ ਆਪ ਪਰਮੇਸ਼ਰ। ਵੀ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੁੰਦਾ ਹੈ। ਬ੍ਰਹਮ ਗਿਆਨੀ ਦੇ ਪਰਮੇਸ਼ਰ 'ਚ ਫਰਕ ਨਹੀਂ ਹੁੰਦੇ, ਪਰ ਹੈਣ ਦੋ ਧਿਰਾਂ। ਕਹਿੰਦੇ ਗੁਰੂ ਹੀ ਸਾਡੇ ਲਈ ਸਵਾਮੀ ਹੈ, ਗੁਰੂ ਮਹਾਰਾਜ ਜੀ ਸਾਡੇ ਲਈ ਪਰਮੇਸ਼ਰ ਹਨ। ਗੁਰਦੇਵ ਸਖਾ ਅਗਿਆਨ ਭੰਜਨ। ਗੁਰਦੇਵ ਜਿਹੜੇ ਨੇ ਸਾਡੇ ਸਾਥੀ ਨੇ। ਸਖਾ ਜਿਵੇਂ ਆਪਾਂ ਕਹਿੰਦੇ ਕਲਾਸ ਫੈਲੋ, ਸਖਾ ਨੂੰ ਇੰਗਲਿਸ਼ ਕਹਿੰਦੇ ਫੈਲੋ, ਸਾਥੀ। ਗੁਰੂ ਮਹਾਰਾਜ ਸਾਡੇ ਸਾਥੀ ਨੇ। ਅਗਿਆਨ ਭੰਜਨ, ਭੰਜਨ ਹੁੰਦਾ ਨਾਸ਼ ਕਰਨਾ, ਅਗਿਆਨਤਾ ਦਾ ਨਾਸ਼ ਕਰਨ ਵਾਲੇ ਹਨ। ਗੁਰਦੇਵ ਬੰਦਪ, ਬੰਦਪ ਹਿੰਦੀ ਦਾ ਸ਼ਬਦ ਹੈ ਰਿਸ਼ਤੇਦਾਰ। ਗੁਰੂ ਮਹਾਰਾਜ ਸਾਡੇ ਰਿਸ਼ਤੇਦਾਰ ਨੇ। ਸਹੋਦਰਾ ਦੋ ਸ਼ਬਦਾਂ ਤੋਂ ਬਣੇ। ਸਹਿ ਉਦਰ, ਉਦਰ ਉਹਦਾ ਪੇਟ, ਜਿਹੜੇ ਮਾਤਾ ਦੇ ਪੇਟ 'ਚੋਂ ਪੈਦਾ ਹੋਏ ਹੁਣ ਦੋਨੋਂ ਸਕੇ ਭਰਾ ਹੋਏ ਨਾ। ਗੁਰੂ ਮਹਾਰਾਜ ਜੀ ਸਾਡੇ ਭਰਾ ਹਨ, ਗੁਰੂ ਮਹਾਰਾਜ ਸਾਡੇ ਰਿਸ਼ਤੇਦਾਰ ਹਨ, ਗੁਰੂ ਮਹਾਰਾਜ ਸਾਡੇ ਸਖਾ ਹਨ। ਗੁਰੂ ਮਹਾਰਾਜ ਅਗਿਆਨਤਾ ਦਾ ਨਾਸ਼ ਕਰਨ ਵਾਲੇ ਹਨ। ਕਿੰਨੀ ਮਹਾਨਤਾ ਗੁਰੂ ਮਹਾਰਾਜ ਦਿੱਤੀ ਹੋਈ ਹੈ। ਵੀ ਗੁਰੂ ਹੀ ਸਾਡੇ ਮਾਤਾ ਹੈ, ਗੁਰੂ ਮਹਾਰਾਜ ਸਾਡੇ ਪਿਤਾ ਨੇ, ਗੁਰੂ ਮਹਾਰਾਜ ਸਾਡੇ ਸਵਾਮੀ ਨੇ, ਗੁਰੂ ਮਹਾਰਾਜ ਪਰਮੇਸ਼ਰ ਰੂਪ ਹਨ, ਗੁਰੂ ਮਹਾਰਾਜ ਸਖਾ ਨੇ, ਮਿੱਤਰ ਨੇ। ਅਗਿਆਨ ਭੰਜਨ,
ਅਗਿਆਨਤਾ ਦਾ ਨਾਸ਼ ਕਰਨ ਵਾਲੇ ਨੇ। ਗੁਰਦੇਵ ਬੰਦੇ ਪਰ ਸਹੋਦਰਾ, ਗੁਰੂ ਮਹਾਰਾਜ ਸਾਡੇ ਰਿਸ਼ਤੇਦਾਰ ਨੇ, ਸਾਡੇ ਭਰਾ ਨੇ। ਗੁਰਦੇਵ ਦਾਤਾ ਹਰ ਨਾਮ ਉਪਦੇਸਰ, ਗੁਰਦੇਵ ਭਾਵ ਗੁਰੂ ਮਹਾਰਾਜ ਨਾਮ ਦੇ ਦਾਤਾ ਨੇ। ਉਹ ਨਾਮ ਦੇ ਕੇ ਉਪਦੇਸ਼ ਦਿੰਦੇ। ਕਿਉਂਕਿ ਗੁਰੂ ਮਹਾਰਾਜ ਜਦੋਂ ਕੋਈ ਸਿੱਖ ਜਾਂਦਾ ਦੋ ਕੰਮ ਕਰਦੇ ਨੇ। ਇੱਕ ਤਾਂ ਉਹਨੂੰ ਨਾਮ ਦਿੰਦੇ, ਗੁਰਮੰਤਰ ਦਿੰਦੇ ਨੇ। ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ, ਆਹ ਕਰਨਾ, ਆਹ ਨਹੀਂ ਕਰਨਾ। ਕਿਸੇ ਵੀ ਗੁਰੂ ਕੋਲੇ ਚਲੇ ਜਾਓ, ਜਿੱਥੇ ਉਹ ਗੁਰਮੰਤਰ ਦਿੰਦੇ ਨੇ ਉੱਥੇ ਨਾਲ ਉਪਦੇਸ਼ ਵੀ ਦਿੰਦੇ ਨੇ। ਸਿੱਖ ਨੂੰ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਰਹਿਤਾਂ ਕੁਰੈਤਾਂ ਦੱਸੀ ਜਾਂਦੀਆਂ ਨੇ ਵੀ ਆਹ ਤੂੰ ਰਹਿਤ ਰੱਖਣੀ ਹੈ, ਇਸ ਫਲਾਣੀ ਤੋਂ ਬਚਣਾ ਹੈ, ਉਹ ਰਹਿਤ ਹੈ। ਸੋ ਜਿਵੇਂ ਗੁਰਮੰਤਰ ਹੋ ਗਿਆ, ਨਾਲ ਬਾਣੀ ਹੋ ਗਈ, ਇਹ ਉਪਦੇਸ਼ ਹੈ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰੂ ਮਹਾਰਾਜ ਦਾਤਾ ਹਨ। ਇਹ ਹਰੀ ਦਾ ਨਾਮ ਦਿੰਦੇ ਨੇ, ਉਪਦੇਸ਼ ਦਿੰਦੇ ਨੇ। ਗੁਰਦੇਵ ਮੰਤਰ ਨਿਰੋਧਰਾ, ਨਿਰੋਧਰਾ ਹੁੰਦਾ ਉਹ ਮੰਤਰ ਜਿਸ 'ਤੇ ਕਿਸੇ ਹੋਰ ਮੰਤਰ ਦਾ ਅਸਰ ਨਾ ਹੋਵੇ। ਆਪਾਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਾਂ, ਹੋਰ ਕੋਈ ਵੀ ਮੰਤਰ ਦਾ ਅਸਰ ਇਸ ਵਾਹਿਗੁਰੂ 'ਤੇ ਨਹੀਂ ਹੋ ਸਕਦਾ, ਉਹ ਨਿਰੋਧਰਾ ਹੁੰਦਾ ਹੈ। ਗੁਰੂ ਮਹਾਰਾਜ ਜੋ ਮੰਤਰ ਦਿੰਦੇ ਹਨ ਸਿੱਖ ਨੂੰ, ਉਹ ਨਿਰੋਧਰਾ ਹੈ, ਉਸ ਦੇ ਉੱਤੇ ਕਿਸੇ ਹੋਰ ਚੀਜ਼ ਦਾ ਅਸਰ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਨਾਮ ਜਪਣ ਵਾਲੇ ਦੀ ਕਿਸੇ ਗ੍ਰਹਿ ਦਾ ਕੋਈ ਅਸਰ ਨਹੀਂ ਹੁੰਦਾ, ਕਿਸੇ ਭੂਤ ਪ੍ਰੇਤ ਦਾ ਕੋਈ ਅਸਰ ਨਹੀਂ ਹੁੰਦਾ। ਜੇ ਹੋਵੇ ਤਾਂ ਅਸੀਂ ਬਾਣੀ ਰਾਹੀਂ ਉਹਦਾ ਦੂਰ ਕਰ ਦਿੰਦੇ ਹਾਂ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਮੂਰਤ ਹੁੰਦਾ ਸਰੂਪ। ਇੱਕ ਤਾਂ ਮੂਰਤੀ ਹੁੰਦੀ ਹੈ, ਇੱਥੇ ਮੂਰਤ ਪਾਸ ਸਰੂਪ। ਗੁਰੂ ਮਹਾਰਾਜ ਸ਼ਾਂਤੀ ਦੇ, ਸਤ ਦੇ, ਬੁੱਧ ਅਕਲ ਦੇ ਸਰੂਪ ਹਨ। ਭਾਵ ਗੁਰੂ ਮਹਾਰਾਜ ਸ਼ਾਂਤ ਚਿੱਤ ਰਹਿੰਦੇ ਨੇ, ਸਤ 'ਤੇ ਉਹਨਾਂ ਦਾ ਜੀਵਨ ਟਿਕਿਆ ਹੋਇਆ ਹੈ, ਉਹ ਅਕਲਮੰਦ ਹਨ। ਗੁਰਦੇਵ ਪਾਰਸ ਪਰਸਪਰ, ਗੁਰੂ ਮਹਾਰਾਜ ਐਸੇ ਪਾਰਸ ਨੇ ਜਿਨ੍ਹਾਂ ਦੀ ਛੋਹ ਪਾਰਸਾਂ ਤੋਂ ਵੀ ਉੱਪਰ ਹੈ। ਕਿਉਂਕਿ ਜਿਹੜਾ ਪਾਰਸ ਹੈ ਉਹਦੀ ਇੱਕ ਸਿਫਤ ਹੈ ਕਿ ਕਿਸੇ ਧਾਤ ਨਾਲ ਵੀ ਪਾਰਸ ਨੂੰ ਛੁਹਾਓ, ਉਹ ਧਾਤ ਸੋਨਾ ਹੋ ਜਾਂਦੀ ਹੈ। ਪਰ ਪਾਰਸ ਕਿਸੇ ਧਾਤ ਨੂੰ ਪਾਰਸ ਨਹੀਂ ਬਣਾ ਸਕਦਾ। ਗੁਰੂ ਦੇ ਵਿੱਚ ਇੱਕ ਸਿਫਤ ਹੁੰਦੀ ਹੈ ਕਿ ਆਪਣੇ ਸਿੱਖ ਨੂੰ ਗੁਰੂ ਬਣਾ ਸਕਦਾ ਹੈ, ਆਪਣੇ ਬਰਾਬਰ ਕਰ ਦਿੰਦਾ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਦੇਖੋ ਗੁਰੂ ਬਣਾਤਾ। ਗੁਰੂ ਅੰਗਦ ਦੇਵ ਮਹਾਰਾਜ ਨੇ ਤੀਸਰੇ ਪਾਤਸ਼ਾਹ ਨੇ ਬਣਾ, ਤੀਸਰੇ ਚੌਥੇ ਨੇ ਬਣਾਤਾ ਹੈ। ਪਾਰਸ ਜਿਹੜਾ ਧਾਤ ਨੂੰ ਸੋਨਾ ਬਣਾਉਂਦਾ ਹੈ, ਪਰ ਪਾਰਸ ਨਹੀਂ ਬਣਾਉਂਦਾ ਹੈ। ਗੁਰੂ ਮਹਾਰਾਜ ਐਸੇ ਪਾਰਸ ਨੇ ਜਿਹੜੇ ਦੂਸਰੇ ਨੂੰ ਪਾਰਸ ਬਣਾਉਂਦੇ ਹੈ। ਇਸ ਲਈ ਉਹਨਾਂ ਦੀ ਹਸਤੀ ਪਾਰਸ ਤੋਂ ਕਿਤੇ ਉੱਤੇ ਪਰਾ ਹੈ, ਅੱਗੇ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰ। ਇਹਨੂੰ ਮਜਨ ਪੜ੍ਹਨਾ, ਤੀਰਥ ਇਸ਼ਨਾਨ ਨੂੰ ਕਹਿੰਦੇ ਮਜਨ। ਗੁਰਦੇਵ ਮਹਾਰਾਜ ਐਸੇ ਤੀਰਥ ਨੇ, ਇਹ ਅੰਮ੍ਰਿਤ ਦੇ ਸਰੋਵਰ ਨੇ। ਜਿਹੜਾ ਗੁਰੂ ਦੇ ਗਿਆਨ 'ਚ ਮਜਨ ਇਸ਼ਨਾਨ ਕਰਦਾ ਹੈ, ਕਿਉਂਕਿ ਗੁਰੂ ਰੱਬ ਰੂਪ ਹੈ, ਪਰੰਪਰਾ ਹੈ। ਜਿਹੜਾ ਉਹਨਾਂ ਦੇ ਗਿਆਨ 'ਚ ਇਸ਼ਨਾਨ ਕਰਦਾ ਹੈ, ਉਹ ਰੱਬ ਰੂਪ ਹੋ ਜਾਂਦਾ ਹੈ। ਐਸਾ ਤੀਰਥ ਹੈ ਗੁਰੂ। ਆਪਾਂ ਗੁਰੂ ਦੇ ਤੀਰਥ 'ਤੇ ਹੀ ਬੈਠੇ ਹੋਏ ਹਾਂ। ਸਤ ਸੰਗਤ ਤੀਰਥ ਹੀ ਹੈ। ਇਹ ਗਿਆਨ ਦਾ ਸਰੋਵਰ ਹੈ। ਇਹ ਤੋਂ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਾਡਾ ਮਨ ਜਿਹੜਾ ਹੈ ਇਸ 'ਚ ਇਸ਼ਨਾਨ ਕਰ ਰਿਹਾ ਹੈ। ਸਰੀਰਕ ਇਸ਼ਨਾਨ ਦੀ ਜਿਹੜਾ ਹੈ ਆਤਮਾ ਨਾਲ ਕੋਈ ਲੈਣ ਦੇਣ ਨਹੀਂ ਹੈ।
ਸਰੀਰਕ ਇਸ਼ਨਾਨ ਦਾ ਕੋਈ ਆਤਮਿਕ ਅਵਸਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਜੇ ਨਾਮ ਦਾ ਇਸ਼ਨਾਨ ਹੈ ਉਹ ਫਿਰ ਸਾਡੀ ਅਵਸਥਾ ਹੀ ਅੰਦਰ ਸਾਰੀ ਬਦਲ ਦਿੰਦਾ ਹੈ। ਇਸ ਲਈ ਕਹਿੰਦੇ ਗੁਰੂ ਮਹਾਰਾਜ ਐਸਾ ਤੀਰਥ ਨੇ, ਇਹ ਤਾਂ ਅੰਮ੍ਰਿਤ ਦਾ ਸਰੋਵਰ ਨਹੀਂ। ਜਿਹੜਾ ਗੁਰੂ ਦੇ ਗਿਆਨ 'ਚ ਇਸ਼ਨਾਨ ਕਰਦਾ ਤਾਂ ਰੱਬ ਰੂਪ ਹੋ ਜਾਂਦਾ। ਗੁਰਦੇਵ ਕਰਤਾ ਸਭ ਪਾਪ ਹਰਤਾ। ਗੁਰੂ ਮਹਾਰਾਜ ਕਰਤਾ ਪੁਰਸ਼ ਦੀ ਨਿਆਈ ਹਨ, ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੇ ਹਨ। ਗੁਰਦੇਵ ਪਤੇ ਤੇ ਪਵਿੱਤਰ ਕਰ। ਗੁਰੂ ਮਹਾਰਾਜ ਪਤਿਤਾਂ ਨੂੰ ਪਵਿੱਤਰ ਕਰ ਦਿੰਦੇ ਨੇ, ਪਾਪੀਆਂ ਨੂੰ ਪਵਿੱਤਰ ਕਰ ਦਿੰਦੇ ਨੇ। ਕਿੰਨੇ ਪਾਪੀਆਂ ਕੋਲ ਗੁਰੂ ਨਾਨਕ ਦੇਵ ਜੀ ਗਏ, ਸਭ ਨੂੰ ਪਵਿੱਤਰ ਕਰਤਾ ਹੈ। ਉਹਨਾਂ ਦੀ ਕਮਾਈ ਹੀ ਇੰਨੀ ਹੁੰਦੀ ਹੈ। ਜਿੰਨੀ ਜ਼ਿਆਦਾ ਕਿਸੇ ਦੀ ਕਮਾਈ ਹੋਏਗੀ ਓਨੀ ਹੀ ਉਹਦੇ ਬੋਲਾਂ 'ਚ ਤਾਕਤ ਹੋਏਗੀ। ਜਿੰਨੇ ਬੋਲ ਸ਼ਕਤੀਸ਼ਾਲੀ ਹੋਣਗੇ, ਜਦੋਂ ਬੋਲ ਬੋਲੇ ਜਾਣਗੇ, ਜਿਸ ਨੂੰ ਬੋਲੇ ਜਾ ਰਹੇ ਨੇ ਉਹਦੇ ਵਿਚਾਰ ਹੀ ਬਦਲ ਦੇਣਗੇ, ਉਹਦੇ ਵਿਚਾਰ ਬਦਲ ਦੇਣਗੇ। ਕਿਉਂਕਿ ਗੁਰੂ ਮਹਾਰਾਜ ਦੇ ਬੋਲ ਦੂਜਿਆਂ ਤੋਂ ਵੱਧ ਸ਼ਕਤੀਸ਼ਾਲੀ ਹੁੰਦੇ ਨੇ। ਜੇ ਮੈਨੂੰ ਯਾਦ ਹੈ 1962 'ਚ ਜਦੋਂ ਹਿੰਦੁਸਤਾਨ ਅਤੇ ਚਾਈਨਾ ਦੀ ਲੜਾਈ ਹੋਈ, ਸਾਡਾ ਜਿਹੜਾ ਰੇਡੀਓ ਸਟੇਸ਼ਨ ਸੀ ਉਹਦੇ ਜਿਹੜੇ ਟਰਾਂਸਫਾਰਮਰ ਸਨ ਉਹ ਤਗੜੇ ਨਹੀਂ ਸਨ, ਪਰ ਜਿਹੜੇ ਸਨ ਚਾਈਨਾ ਦੇ ਉਹ ਬਹੁਤ ਤਗੜੇ ਸਨ। ਚਾਈਨਾ ਦੀਆਂ ਖਬਰਾਂ ਸਾਨੂੰ ਹਿੰਦੁਸਤਾਨ ਸੁਣਦੀਆਂ ਸੀ, ਉਹ ਹਿੰਦੁਸਤਾਨ ਦੀ ਖਬਰ ਚਾਈਨਾ ਦੀ ਜਾਣ ਹੀ ਨਹੀਂ ਸੀ ਦਿੰਦੇ, ਰਾਹ 'ਚ ਹੀ ਕੱਢ ਦਿੰਦੇ ਸਨ। ਇਸ ਤਰ੍ਹਾਂ ਗੁਰੂ ਦੇ ਜਿਹੜੇ ਵਿਚਾਰ ਨੇ ਉਹ ਮਨੁੱਖ ਦੇ ਵਿਚਾਰਾਂ ਨੂੰ ਕੱਟ ਕੇ ਨਾ ਆਪਣਾ ਅਸਰ ਕਰਦੇ ਨੇ। ਤਾਂ ਹੀ ਜਿਹੜਾ ਹੈ ਵੱਡੇ ਵੱਡੇ ਬੰਦੇ ਜਿਹੜੇ ਨੇ, ਚਾਹੇ ਕਿੱਡੇ ਵੱਡੇ ਵਿਦਵਾਨ ਸੰਸਾਰਕ ਤੌਰ 'ਤੇ ਕਿਉਂ ਨਾ, ਉਹ ਗੁਰੂ ਦੇ ਬੋਲਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ, ਬਦਲ ਜਾਂਦੇ ਨੇ। ਉਹ ਤੇ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲੇ ਹਨ। ਗੁਰਦੇਵ ਆਦ ਜੁਗਾਦ ਜੁਗ ਜੁਗ। ਗੁਰੂ ਤਾਂ ਸ਼ੁਰੂ ਤੋਂ ਹੀ ਨੇ। ਆਦ ਤੋਂ ਜਦੋਂ ਦਾ ਸੰਸਾਰ ਬਣਿਆ, ਗੁਰੂ ਮਹਾਰਾਜ ਉਦੋਂ ਦੇ ਸੰਸਾਰ 'ਚ ਨੇ। ਜੁਗਾਦ ਯੁੱਗ ਆਦ, ਜਦੋਂ ਯੁੱਗਾਂ ਦਾ ਆਰੰਭ ਹੋਇਆ ਉਦੋਂ ਵੀ ਗੁਰੂ ਸਨ। ਹਰ ਯੁੱਗ ਦੇ ਵਿੱਚ ਗੁਰੂ ਹੋਏ ਨੇ। ਕੋਈ ਯੁੱਗ ਸਾਧੂਆਂ ਸੰਤਾਂ ਮਹਾਤਮਾ ਗੁਰੂ ਤੋਂ ਖਾਲੀ ਨਹੀਂ ਹੋਇਆ, ਕਿਉਂਕਿ ਸੰਸਾਰ ਜਿਹੜਾ ਹੈ ਚੱਲ ਰਿਹਾ ਹੈ ਇਹ ਤਾਂ ਸਾਧੂਆਂ ਸੰਤਾਂ ਮਹਾਤਮਾ ਕਾਰਨ ਹੀ ਚੱਲ ਰਿਹਾ ਹੈ। ਨਹੀਂ ਤਾਂ ਲੋਕ ਤਾਂ ਪੁੱਠੇ ਕੰਮਾਂ 'ਤੇ ਲੱਗੇ ਹੋਏ ਹਨ। ਸਾਰੇ ਸੰਤ ਮਹਾਤਮਾ ਜਿਹੜੇ ਨੇ ਇਹ ਮਨੁੱਖ ਨੂੰ ਸਿੱਧੇ ਰਾਹ 'ਤੇ ਤੋਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਠੀਕ ਹੈ, ਸਾਰੇ ਕਦੇ ਨਹੀਂ ਤੁਰਿਆ ਕਰਦੇ, ਪਰ ਆਪਣੇ ਵੱਲੋਂ ਯਤਨ ਕਰਦੇ ਰਹਿਣਾ ਚਾਹੀਦਾ। ਜਿਵੇਂ ਸਾਡੇ 1600 ਵਿਦਿਆਰਥੀ ਸੀ ਸਕੂਲ 'ਚ, ਮੈਂ ਕਈ ਵਾਰੀ ਸਟੇਜ 'ਤੇ ਖੜ੍ਹ ਕੇ ਉਹਨਾਂ ਨੂੰ ਕੋਈ ਉਪਦੇਸ਼ ਦਿੰਦਾ ਸੀ। ਇੱਕ ਟੀਚਰ ਕਹਿੰਦਾ ਜੀ ਇਹਨਾਂ ਦੇ ਅਸਰ ਨਹੀਂ ਹੁੰਦਾ। ਮੈਂ ਨਹੀਂ ਭਰਾਵਾ, ਐਸਾ ਨਹੀਂ ਹੈ ਕਿ 1600 'ਤੇ ਹੀ ਅਸਰ ਹੋਵੇ, ਐਸਾ ਨਹੀਂ ਹੁੰਦਾ। ਅਗਰ ਅੱਜ ਦੀ ਗੱਲ ਦਾ ਮੇਰੇ ਇੱਕ ਬੱਚੇ 'ਤੇ ਵੀ ਅਸਰ ਹੋ ਕੇ ਮੈਂ ਕਹਾਂਗਾ ਮੈਂ ਕਾਮਯਾਬ ਹੋ ਗਿਆ। ਘੱਟ ਤੋਂ ਘੱਟ ਇੱਕ ਦੇ ਤਾਂ ਵਿਚਾਰ ਮੈਂ ਬਦਲਦੇ ਨੇ। ਇਸ ਲਈ ਸਾਨੂੰ ਲੱਗੇ ਰਹਿਣਾ ਚਾਹੀਦਾ ਹੈ। ਕੋਈ ਨਹੀਂ ਮੰਨਦਾ ਉਹਦੇ ਨਾਲ ਨਾਰਾਜ਼ ਹੋਣ ਦੀ ਲੋੜ ਨਹੀਂ, ਪਰ ਉਹਨੂੰ ਸਹੀ ਗਾਈਡ ਕਰਨਾ ਸਾਡਾ ਫਰਜ਼ ਹੈ। ਹੁਣ ਗੁਰੂ ਮਹਾਰਾਜ ਗਾਈਡ ਹੀ ਕਰਨਾ ਇਸ ਨੇ ਸੰਸਾਰ ਨੂੰ ਕਿ ਤੁਸੀਂ ਭਾਈ ਇਸ ਪ੍ਰਕਾਰ ਜੀਵਨ ਜੀਵੋ ਤਾਂ ਤੁਸੀਂ ਸੁਖੀ ਹੋ ਸਕਦੇ। ਤੁਸੀਂ ਇਸ ਤਰ੍ਹਾਂ ਕਰੋ ਤਾਂ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਏਗੀ, ਤੁਹਾਡਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਏਗਾ। ਜਿਨ੍ਹਾਂ ਨੇ ਮੰਨ ਲਿਆ ਉਹ ਕਿਤੇ ਦੇ ਕਿਤੇ ਪਹੁੰਚ ਗਏ, ਜਿਨ੍ਹਾਂ ਨਹੀਂ ਮੰਨਿਆ ਉਹ ਹੁਣ ਵੀ ਧੱਕੇ ਖਾ ਰਹੇ ਨੇ, ਕਿਉਂਕਿ ਮੰਨਣ ਵਾਲੇ ਹਮੇਸ਼ਾ ਹੀ ਘੱਟ ਹੁੰਦੇ ਅਤੇ ਜਿਹੜੇ ਮੰਨ ਲੈਂਦੇ ਮੰਨੇ ਕੀ ਗਤ ਕਹੀ, ਉਹ ਤਾਂ ਇੰਨੀ ਅਵਸਥਾ ਉੱਚੀ ਹੋ ਜਾਂਦੀ ਹੈ ਕਿ ਉਹਦੀ ਅਵਸਥਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਗੁਰਦੇਵ ਮੰਤ ਹਰ ਜਪ ਉਦਰਾ। ਗੁਰੂਦੇਵ ਦੇ ਦਿੱਤੇ ਮੰਤਰ ਨੂੰ ਜਿਹੜਾ ਜਪਦਾ ਨਾ ਉਦਰਾ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਹੁਣ ਗੁਰੂ ਮਹਾਰਾਜ ਕੇ ਬੇਨਤੀ ਵੀ ਕਰਦੇ ਨੇ, ਹੇ ਪਰਮਾਤਮਾ
ਮੈਨੂੰ ਗੁਰੂ ਦੀ ਸੰਗਤ 'ਚ ਮਿਲਾ, ਮੇਰੇ 'ਤੇ ਕਿਰਪਾ ਕਰ, ਮੈਨੂੰ ਸਤ ਸੰਗਤ 'ਚ ਮਿਲਾ। ਕੀ ਹੋਏਗਾ ਫਿਰ? ਹਮ ਮੂੜ ਪਾਪੀ ਜਿਤ ਲਗ ਧਰਾ, ਤਾਂ ਜੋ ਅਸੀਂ ਮੂਰਖ ਪਾਪੀ ਲੋਕ ਵੀ ਗੁਰੂ ਦੀ ਸੰਗਤ ਨਾਲ ਜੁੜ ਕੇ ਤਰ ਜਾਈਏ, ਇਹ ਬੁਰਾਈਆਂ ਰੂਪੀ ਭਵ ਸਾਗਰ ਤੋਂ ਤਰ ਜਾਈਏ। ਸਤ ਸੰਗਤ ਜਿਹੜੀ ਹੈ ਇਹ ਸਭ ਤੋਂ ਵੱਡਾ ਸਾਧਨ ਹੈ। ਜਿਹੜਾ ਬੰਦਾ ਸਤ ਸੰਗਤ ਕਰਦਾ ਰਹਿੰਦਾ, ਹੌਲੀ ਹੌਲੀ ਉਹ ਬਦਲਦਾ ਰਹਿੰਦਾ ਹੈ। ਸਤ ਸੰਗਤ ਕਿਉਂ? ਸਤ ਸੰਗਤ 'ਚ ਆ ਕੇ ਉਹ ਗੁਰੂ ਮਹਾਰਾਜ ਦੀ ਗੱਲ ਸੁਣਦਾ ਹੈ, ਉਹਦੇ 'ਤੇ ਹੌਲੀ ਹੌਲੀ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ। ਕਿੰਨੇ ਪੁਲਿਸ ਵਾਲੇ ਸਨ, ਜਦੋਂ ਉੱਥੇ ਪੁਲਿਸ ਲਾਈਨ 'ਚ ਪਾਠ ਸਿੱਖ ਕੇ ਜਾਂਦੇ ਸਨ, ਅਖੰਡ ਪਾਠ ਕਾ ਇੱਥੇ ਆ ਗਏ। ਸੈਂਕੜੇ ਦੀ ਤਾਦਾਦ 'ਚ ਪੁਲਿਸ ਵਾਲਿਆਂ ਨੇ ਇੱਥੋਂ ਸੰਥਿਆ ਲਈ ਹੋਈ ਹੈ, ਉਹਨਾਂ ਦੀ ਘਰ ਵਾਲੀਆਂ ਨੇ, ਉਹਨਾਂ ਦੇ ਬੱਚਿਆਂ ਨੇ। ਅੰਮ੍ਰਿਤਧਾਰੀ ਹੀ ਅੰਮ੍ਰਿਤਧਾਰੀ ਹੋ ਗਏ ਜੋ ਉੱਥੇ ਪੁਲਿਸ ਲਾਈਨ 'ਚ। ਇੱਕ DSP ਬਦਲ ਕੇ ਆਇਆ ਉੱਥੇ, ਕਹਿੰਦਾ ਵੀ ਆਹ ਪਹਿਲੀ ਪੁਲਿਸ ਲਾਈਨ ਹੈ ਜਿੱਥੇ ਅੰਮ੍ਰਿਤਧਾਰੀ ਹੀ ਅੰਮ੍ਰਿਤਧਾਰੀ ਹਨ। ਬੜਾ ਹੈਰਾਨ ਹੈ, ਪੁਲਿਸ ਵਾਲੇ ਅੰਮ੍ਰਿਤਧਾਰੀ। ਉਹ ਕਹਿੰਦੇ ਵੀ ਕੱਲ੍ਹ ਨੂੰ ਨਾ ਆ ਰਹੇ ਨੇ ਜਿਨ੍ਹਾਂ ਨੇ ਇਹ ਸਾਰਾ ਪਰਿਵਰਤਨ ਲਿਆਂਦਾ, ਉਹ ਕੱਲ੍ਹ ਇੱਥੇ ਕਥਾ ਕਰਨ ਆ ਰਹੇ ਨੇ। DSP ਸਪੈਸ਼ਲ ਮੈਨੂੰ ਮਿਲਣ ਆਇਆ। ਮੈਂ ਇਹਨਾਂ ਨੂੰ ਕਦੇ ਨਹੀਂ ਕਿਹਾ ਕਿਸੇ ਨੂੰ ਵੀ ਤੁਸੀਂ ਅੰਮ੍ਰਿਤ ਛਕੋ, ਨਾ। ਮੇਰਾ ਕੰਮ ਹੈ ਬਾਣੀ ਪੜ੍ਹਾਉਣਾ। ਜਦੋਂ ਬਾਣੀ ਅੰਦਰ ਜਾਂਦੀ ਹੈ ਆਪਣੇ ਆਪ ਹੀ ਬਾਣਾ ਬਦਲ ਜਾਂਦਾ ਹੈ। ਜੇ ਅੰਦਰ ਹੀ ਕੁਛ ਨਹੀਂ ਤਾਂ ਬਾਣਾ ਪਾ ਕੇ ਕੀ ਕਰੋਗੇ? ਜਿਉਂ ਜਿਉਂ ਬਾਣੀ ਦਾ ਅਸਰ ਹੋਵੇਗਾ, ਬੰਦੇ ਨੂੰ ਪਤਾ ਲੱਗਦਾ ਜਾਏਗਾ ਬਾਣੀ ਪੜ੍ਹ ਕੇ ਕਿ ਨਿਗੋਰੇ ਦੀ ਗਤੀ ਨਹੀਂ ਹੁੰਦੀ ਹੈਗੀ। ਨਿਗੋਰੇ ਕਾ ਹੈ ਨੌ ਬੁਰਾ ਹੈ। ਉਹ ਫਿਰ ਅੰਮ੍ਰਿਤ ਛਕ ਲੈਂਦਾ, ਗੁਰੂ ਵਾਲਾ ਹੋ ਜਾਂਦਾ, ਆਪੇ ਹੀ ਹੋ ਜਾਂਦਾ। ਮੈਂ ਮੇਰੀ ਆਦਤ ਨਹੀਂ ਕਹਿਣ ਦੀ, ਹੋ ਜਾ ਆਪੇ ਹੀ ਹੋ ਜਾਏਗਾ, ਕਿਉਂਕਿ ਉਹਦੇ ਅੰਦਰ ਭਾਂਡਾ, ਬਾਣੀ ਨੇ ਉਹਦੇ ਅੰਦਰ ਭਾਂਡਾ ਤਿਆਰ ਕਰ ਦੇਣਾ ਹੈ, ਅਤੇ ਭਾਂਡੇ 'ਚ ਅੰਮ੍ਰਿਤ ਪਾਉਣ ਵਾਲਾ ਵੀ ਆ ਹੀ ਜਾਣਾ ਹੁੰਦਾ ਹੈ। ਸਾਡਾ ਕੰਮ ਹੈ ਭਾਂਡਾ ਤਿਆਰ ਕਰਨਾ। ਸੋ ਗੁਰੂ ਮਹਾਰਾਜ ਕਹਿੰਦੇ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ। ਜਿਹੜਾ ਗੁਰੂ ਹੈ ਇਹ ਸਤਿਗੁਰੂ ਹੈ, ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ। ਗੁਰਦੇਵ ਨਾਨਕ ਹਰ ਨਮਸਕਾਰਾ। ਗੁਰੂ ਮੈਂ ਕਹਿੰਦੇ ਅਸੀਂ ਤਾਂ ਗੁਰੂ ਨੂੰ ਨਮਸਕਾਰ ਕਰਦੇ ਹਾਂ, ਕਿਉਂਕਿ ਹਰੀ ਰੂਪ ਹੈ, ਅਸੀਂ ਨਮਸਕਾਰ ਕਰਦੇ। ਸੋ ਇਸ ਸਾਰੇ ਸ਼ਬਦ ਦੇ ਵਿੱਚ ਗੁਰੂ ਦੀ ਵਡਿਆਈ ਕੀਤੀ ਹੋਈ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। 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 ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ। 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 ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ।
ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ। 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 ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੇ ਜਿਤ ਲਗ ਤਰਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੇ ਜਿਤ ਲਗ ਤਰਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਰਾ। ਅੱਗੇ ਕਹਿੰਦੇ ਸ਼ਲੋਕ, ਜੋ ਅੱਗੇ ਪੌੜੀ ਆਏਗੀ ਉਹਦਾ ਤੱਤ ਸਾਰ ਸ਼ਲੋਕ 'ਚ ਹੁੰਦਾ। ਸ਼ਲੋਕ ਦੀ ਵਿਆਖਿਆ ਪੌੜੀ ਹੁੰਦੀ ਹੈ। ਆਪੇ ਕੀਆ ਕਰਾਇਆ, ਆਪੇ ਕਰਨੇ ਜੋਗ, ਨਾਨਕ ਏਕੋ ਰਬ ਰਿਹਾ, ਦੂਸਰ ਹੋਆ ਨਾ ਹੋਵੇ। ਆਪੇ ਕੀਆ ਕਰਾਇਆ, ਸਭ ਕੀਤਾ ਕਰਾਇਆ ਪਰਮਾਤਮਾ ਦਾ ਹੀ ਹੈ। ਆਪੇ ਕਰਨੇ ਯੋਗ, ਉਹ ਕਰਨ ਦੇ ਸਮਰੱਥ ਵੀ ਆਪ ਹੀ ਹੈ। ਪਰਮਾਤਮਾ ਜੋ ਚਾਹੁੰਦਾ ਕਰ ਸਕਦਾ ਹੈ, ਜੋ ਚਾਹੇ ਦੂਜੇ ਤੋਂ ਕਰਵਾ ਸਕਦਾ ਹੈ। ਨਾਨਕ ਏਕੋ ਰਬ ਰਿਹਾ, ਇੱਕ ਪਰਮਾਤਮਾ ਹੀ ਸਭ ਥਾਂ ਤੇ ਵਸਿਆ ਹੋਇਆ ਹੈ। ਦੂਸਰ ਹੋਆ ਨਾ ਹੋਗਾ, ਦੂਜਾ ਕੋਈ ਹੈ ਹੀ ਨਹੀਂ, ਨਾ ਹੋਵੇਗਾ। ਪਰਮਾਤਮਾ ਵਰਗਾ ਨਾ ਕੋਈ ਹੋਰ ਹੈ, ਨਾ ਕੋਈ ਹੋਰ ਹੋਵੇਗਾ। ਉਹੀ ਹੈ ਜਿਹੜਾ ਸਭ ਥਾਂ ਤੇ ਵਸਿਆ ਹੋਇਆ ਹੈ। ਪੌੜੀ ਓਮ, ਇਹਨੂੰ ਆਮ ਤੌਰ 'ਤੇ ਓੰਗ ਬੋਲਿਆ ਜਾਂਦਾ ਹੈ। ਪੰਜਾਬੀ ਹਿੰਦੀ ਦੇ ਵਿੱਚ ਓੰਗ ਹੈ, ਪਰ ਜਦੋਂ ਸੰਸਕ੍ਰਿਤ ਦਾ ਕੋਈ ਸ਼ਬਦ ਹੈ ਤਾਂ ਟਿੱਪੀ ਮੰਮੇ ਦਾ ਕੰਮ ਕਰਦੀ। ਓਮ ਹਿੰਦੂ ਜੋ ਵੀ ਜਾਪ ਕਰਦੇ, ਓਮ ਓਮ, ਉਹਦੇ ਵਿੱਚ ਓ ਆੜਾ ਮੰਮਾ
ਇਹ ਤਿੰਨ ਰਲ ਕੇ ਓਮ ਬਣਦਾ ਹੈ। ਪਾ ਪਰਮਾਤਮਾ। ਓਮ ਸਾਧ ਸਤਿਗੁਰ ਨਮਸਕਾਰੰ। ਆਦ ਮਦ ਅੰਤ ਨਿਰੰਕਾਰੰ। ਆਪੈ ਸੁਨ ਆਪੈ ਸੁਖ ਆਸਨ। ਆਪੈ ਸੁਨਤ ਆਪ ਹੀ ਜਾਸਨ। ਓਮ ਸਾਧ ਸਤਿਗੁਰ ਨਮਸਕਾਰੰ। ਜਿਹੜਾ ਸਾਧ ਹੈ, ਜਿਹੜਾ ਸਤਿਗੁਰੂ ਹੈ, ਉਹ ਪਰਮਾਤਮਾ ਦਾ ਰੂਪ ਹੈ, ਉਹਨੂੰ ਸਾਡੀ ਨਮਸਕਾਰ ਹੈ। ਆਦ ਮਦ ਅੰਤ ਨਿਰੰਕਾਰ। ਜਿਹੜਾ ਪਰਮਾਤਮਾ ਹੈ, ਆਦ ਦੇ ਵਿੱਚ ਵੀ ਉਹੀ ਹੈ। ਪਰਮਾਤਮਾ ਤੋਂ ਪਹਿਲਾਂ ਕੁਛ ਨਹੀਂ ਸੀ। ਪਰਮਾਤਮਾ ਤੋਂ ਪਹਿਲਾਂ ਕੁਛ ਨਹੀਂ ਸੀ। ਸਭ ਕੁਝ ਜੋ ਹੋਇਆ ਹੈ ਉਹ ਪਰਮਾਤਮਾ ਤੋਂ ਹੀ ਹੋਇਆ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਆਦ ਆਰੰਭ ਤੋਂ, ਮੱਧ ਅੱਧ ਵਿਚਾਲੇ, ਅੰਤ ਤੇ ਨਿਰੰਕਾਰ ਪਰਮਾਤਮਾ ਹੀ ਹੋਏਗਾ। ਸ਼ੁਰੂ 'ਚ ਵੀ ਪਰਮਾਤਮਾ ਸੀ, ਮੱਧ ਦੇ ਵਿੱਚ ਸੀ, ਅੰਤ 'ਚ ਵੀ ਪਰਮਾਤਮਾ ਹੀ ਰਹੇਗਾ। ਬਾਕੀ ਤਾਂ ਸਾਰਿਆਂ ਨੂੰ ਨਾਸ ਹੋ ਜਾਣਾ ਹੁੰਦਾ ਹੈ। ਜੋ ਵੀ ਪੈਦਾ ਹੋਇਆ ਉਹਨੇ ਇਸ ਸੰਸਾਰ ਤੋਂ ਜਾਣੇ। ਪਰਮਾਤਮਾ ਪੈਦਾ ਹੀ ਨਹੀਂ ਹੋਇਆ, ਇਸ ਲਈ ਜਾਂਦਾ ਨਹੀਂ ਹੈ। ਜੋ ਪੈਦਾ ਹੋਇਆ ਹੈ, ਚਾਹੇ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਚੰਗਾ ਹੈ, ਚਾਹੇ ਮੰਦਾ ਹੈ, ਚਾਹੇ ਪੈਗੰਬਰ ਗੁਰੂ ਬਣ ਕੇ ਆਇਆ ਹੈ, ਸਰੀਰਕ ਤੌਰ 'ਤੇ ਉਸਨੇ ਸੰਸਾਰ ਤੋਂ ਜਾਣਾ ਹੀ ਜਾਣਾ ਹੁੰਦਾ। ਹਾਂ, ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹ ਸਰੀਰਕ ਤੌਰ 'ਤੇ ਤਾਂ ਇਸ ਸੰਸਾਰ ਤੋਂ ਚਲਿਆ ਜਾਂਦਾ, ਪਰ ਉਹਦੀ ਆਤਮਾ ਹਮੇਸ਼ਾ ਕਾਇਮ ਰਹਿੰਦੀ ਹੈ। ਉਹ ਸਰਬ ਵਿਆਪਕ ਹੋ ਜਾਂਦਾ ਹੈ। ਜਿਹੜਾ ਪਰਮਾਤਮਾ ਦਾ ਰੂਪ ਹੋ ਜਾਂਦਾ, ਜੇ ਪਰਮਾਤਮਾ ਸਰਬ ਵਿਆਪਕ ਹੈ, ਇਸ ਲਈ ਗੁਰੂ ਮਹਾਰਾਜ ਵੀ ਸਰਬ ਵਿਆਪਕ ਹੁੰਦੇ। ਇਹ ਨਹੀਂ ਸਮਝਣਾ ਕਿ ਹੁਣ ਗੁਰੂ ਹੈ ਨਹੀਂ, ਉਹ ਤਾਂ ਸਰੀਰ ਤਿਆਗ ਗਏ ਨੇ। ਉਹ ਤਾਂ ਸਾਡੇ ਤੁਹਾਡੇ ਵਰਗੇ ਹੁੰਦੇ ਨੇ, ਜਿਹੜੇ ਹੋ ਹੀ ਰੱਬ ਨਾਲ ਹੀ ਮਿਲ ਗਏ ਨੇ ਉਹਨੇ ਰੂਪ ਨੇ। ਉਹ ਫਿਰ ਜਿਹੜਾ ਜੇ ਪਰਮਾਤਮਾ ਸਰਬ ਵਿਆਪਕ ਹੈ, ਇਸ ਤਰ੍ਹਾਂ ਗੁਰੂ ਮਹਾਰਾਜ ਵੀ ਫਿਰ ਸਰਬ ਵਿਆਪਕ ਹੋ ਜਾਂਦੇ ਨੇ। ਜਿਵੇਂ ਇੱਕ ਵਾਰੀ ਕ੍ਰਿਸ਼ਨ ਮਹਾਰਾਜ ਦੀਆਂ ਗੱਲਾਂ ਕਰੀ ਗੋਪੀਆਂ। ਇੱਕ ਗੋਪੀ ਕਹਿੰਦੀ ਸ਼ਾਮ ਨੂੰ 6 ਵਜੇ ਜਿਹੜੇ ਨੇ ਕ੍ਰਿਸ਼ਨ ਮਹਾਰਾਜ ਮਿਲ ਕੇ ਗੱਲਾਂ ਕਰਦੇ ਨੇ। ਦੂਜੀ ਕਹਿੰਦੀ ਮੇਰੇ ਨਾਲ ਵੀ 6 ਵਜੇ ਆ ਕੇ ਗੱਲਾਂ ਬਾਤਾਂ ਕਰਦੇ ਨੇ। ਤੀਜੀ ਕਹਿੰਦੀ ਮੇਰੇ ਨਾਲ ਵੀ 6 ਵਜੇ ਗੱਲਾਂ ਬਾਤਾਂ ਕਰਦੇ ਨੇ। ਇੱਕ ਰਿਸ਼ੀ ਜੀ ਗੱਲ ਸੁਣ ਰਹੇ ਸਨ, ਨਾਰਦ ਜੀ। ਉਹ ਕਹਿੰਦੇ ਕਿਵੇਂ ਹੋ ਸਕਦਾ ਵੀ ਇੱਕੋ ਬੰਦਾ ਹੀ ਇੱਕੋ ਹੀ ਸਮੇਂ ਅੱਡ ਅੱਡ ਥਾਵਾਂ 'ਤੇ ਫਿਰਦਾ ਹੋਵੇ। ਨਾਰਦ ਵੀ ਪਹੁੰਚੇ ਹੋਏ ਸਨ, ਉਹ ਸੂਖਮ ਰੂਪ ਹੋ ਗਏ। ਪਹਿਲੀ ਗੋਪੀ ਦੇ ਘਰ ਉੱਥੇ ਕ੍ਰਿਸ਼ਨ ਮਹਾਰਾਜ ਬੈਠੇ ਨੇ, ਦੂਜੀ ਗੋਪੀ ਦੇ ਘਰ ਉੱਥੇ ਬੈਠੇ ਨੇ, ਤੀਜੀ ਦੇ ਉੱਥੇ ਵੀ ਬੈਠੇ ਨੇ। ਫਿਰ ਉਹਨੂੰ ਹੋ ਗਿਆ ਵੀ ਉਹ ਇਹ ਬ੍ਰਹਮ ਗਿਆਨੀ ਹੁੰਦੇ ਨੇ, ਜਿਹਨਾਂ ਇਹ ਸਰਬ ਵਿਆਪਕ ਹੁੰਦੇ ਨੇ। ਹੁਣ ਮੰਨ ਲਓ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਸਾਰੇ ਸੰਸਾਰ 'ਚ ਇੱਕੋ ਦਿਨ ਮਨਾਇਆ ਜਾ ਰਿਹਾ ਹੈ। ਇਹ ਤਾਂ ਵੀ ਗੁਰੂ ਨਾਨਕ ਜੀ ਇੱਕ ਗੁਰਦੁਆਰੇ 'ਚ ਜਾਣਗੇ, ਫਿਰ ਬਾਕੀ ਕਹਿੰਦੇ ਅਸੀਂ ਕੀ ਮਾਂ ਮਾਰੇ ਨੇ, ਸਾਡੇ ਨਹੀਂ ਆਏ। ਆਪਾਂ ਨੂੰ ਦਿਸਣ ਨਾ ਦਿਸਣ ਉਹ ਗੱਲ ਵੱਖਰੀ ਹੈ। ਗੁਰੂ ਨਾਨਕ ਜੀ ਇੱਕੋ ਹੀ ਸਮੇਂ ਲੱਖਾਂ ਥਾਵਾਂ 'ਤੇ ਜਾ ਸਕਦੇ ਹਨ, ਕਿਉਂਕਿ ਸਰਬ ਵਿਆਪਕ ਹੋ ਜ਼ਰੂਰ। ਇਸ ਲਈ ਉਹਨਾਂ ਨੂੰ ਰੱਬ ਰੂਪ ਕਹਿੰਦੇ ਨੇ। ਇਸ ਲਈ ਕਹਿੰਦੇ ਆਪੈ ਸੁਨ ਆਪੈ ਸੁਖ ਆਸਨ। ਸੁਨ ਹੁੰਦਾ ਜਦੋਂ ਹੋਰ ਕੋਈ ਨਹੀਂ ਸੀ, ਇਕੱਲੇ ਹੀ ਸਨ, ਜਿਹਨੂੰ ਨਿਰਗੁਣ ਵੀ ਕਹਿੰਦੇ ਨੇ। ਆਪੈ ਸੁਖ ਆਸਨ, ਅਜੇ ਸੁਖ ਆਸਨ ਅਵਸਥਾ 'ਚ ਸਨ। ਕੋਈ ਐਕਸ਼ਨ ਨਹੀਂ ਸੀ ਕਰ ਰਿਹਾ ਪਰਮਾਤਮਾ, ਉਹਨੇ ਕੋਈ ਸ੍ਰਿਸ਼ਟੀ ਨਹੀਂ ਸੀ ਬਣਾਈ, ਅਜੇ ਕੁਛ ਨਹੀਂ ਸੀ ਬਣਾ ਰਿਹਾ, ਇਕੱਲੇ ਹੀ ਸੀ ਅਤੇ ਮੌਜ ਦੇ ਵਿੱਚ ਸੀ। ਆਪੇ ਸੁਨਤ ਆਪ ਹੀ ਜਸਨ। ਉਹ ਆਪਣੀ ਵਡਿਆਈ ਆਪ ਹੀ ਸੁਣਦੇ ਸੀ, ਕਿਉਂਕਿ ਉਦੋਂ ਵਡਿਆਈ ਕਰਨ ਵਾਲਾ ਹੋਰ ਕੋਈ ਹੈ ਹੀ ਨਹੀਂ ਸੀ। ਉਦੋਂ ਕੋਈ ਵਡਿਆਈ ਕਰਨ ਵਾਲਾ ਜੇ ਪਰਮਾਤਮਾ ਨੇ ਪੈਦਾ ਨਹੀਂ ਸੀ ਕੀਤਾ, ਉਹ ਆਪਣਾ ਜਸ ਆਪ ਹੀ ਸੁਣਦੇ ਸੀ। ਆਪਨ ਆਪ ਆਪੈ ਉਪਾਇਓ। ਪਰਮਾਤਮਾ ਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ। ਉਪਾਇਓ ਪੈਦਾ ਕੀਤਾ, ਆਪਣੇ ਬਣਾਇਆ ਪਰਮਾਤਮਾ।
ਆਪੇ ਬਾਪ ਆਪ ਹੀ ਮਾਇਓ, ਆਪ ਹੀ ਬਾਪ ਆਪ ਹੀ ਮਾਂ। ਉਹਨਾਂ ਦੀ ਕੋਈ ਪਰਮਾਤਮਾ ਕੋਈ ਬਾਪ ਜਾਂ ਮਾਂ ਨਹੀਂ ਸੀ। ਜੇ ਹੁੰਦੀ ਫਿਰ ਤਾਂ ਪੈਦਾ ਹੋਏ ਹੁੰਦੇ। ਫਿਰ ਤੇ ਇਹਦਾ ਮਤਲਬ ਮਾਂ ਬਾਪ ਉਸ ਤੋਂ ਤਾਂ ਪਹਿਲਾਂ ਸਨ। ਪਰਮਾਤਮਾ ਤੋਂ ਪਹਿਲਾਂ ਕੁਛ ਨਹੀਂ ਸੀ ਹੈਗਾ। ਉਹ ਆਪ ਹੀ ਬਾਪ ਸੀ, ਆਪ ਹੀ ਮਾਂ ਸੀ। ਆਪੇ ਸੂਖਮ ਆਪੇ ਸਥੂਲ। ਉਹ ਸੂਖਮ ਰੂਪ ਵਿੱਚ ਵੀ ਸਨ ਅਤੇ ਉਹ ਸਥੂਲ ਰੂਪ ਵੀ ਸਨ। ਲਖੀ ਨਾ ਜਾਈ ਨਾਨਕ ਲੀਲਾ। ਪਰਮਾਤਮਾ ਦੇ ਕੌਤਕ ਲਖੀ ਨਹੀਂ ਜਾ ਸਕਦੇ। ਲਖਣਾ ਹੁੰਦਾ ਸਮਝ ਵਿੱਚ ਆਉਣਾ। ਪਰਮਾਤਮਾ ਦੀ ਲੀਲਾ ਸਮਝ ਹੀ ਨਹੀਂ ਆ ਸਕਦੀ, ਸਮਝ ਤੋਂ ਬਾਹਰ ਹੈ। ਹੁਣ ਬੇਨਤੀ ਕਰਦੇ ਨੇ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਰਵਾਲਾ ਉਹਦੀ ਚਰਨ ਧੂੜ। ਹੇ ਦੀਨਾ ਤੇ ਦਇਆ ਕਰਨ ਵਾਲੇ, ਜੋ ਨਿਮਾਣੇ ਨਿਤਾਣੇ ਲੋਕ ਨੇ ਦੀਨ ਕਹਿੰਦੇ ਨੇ। ਹੇ ਦੀਨਾ ਤੇ ਦਇਆ ਕਰਨ ਵਾਲੇ ਪਰਮਾਤਮਾ, ਮੇਰੇ 'ਤੇ ਕਿਰਪਾ ਕਰ। ਕੀ? ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਤੇਰੇ ਸੰਤਾਂ ਦੀ, ਮੇਰਾ ਮਨ ਜਿਹੜਾ ਤੇਰੇ ਸੰਤਾਂ ਦੀ ਚਰਨ ਧੂੜ ਹੋ ਜਾਏ। ਭਾਵ ਅਤੀ ਨਿਮਰਤਾ ਧਾਰਨ ਕਰ ਲੈ। ਚਰਨ ਧੂੜ ਹੁਣ ਤੋਂ ਭਾਵ ਹੈ ਅਤੀ ਨਿਮਰਤਾ ਧਾਰਨ ਕਰ ਲੈ। ਮੈਂ ਤਾਂ ਜੀ ਤੁਹਾਡੇ ਚਰਨਾਂ ਦੀ ਧੂੜ ਹਾਂ। ਅਤੀ ਨਿਮਰਤਾ ਨਾਲ ਕਿਸੇ 'ਚ ਸ਼ਰਧਾ ਭਾਵਨਾ ਰੱਖਣੀ ਹੋ। ਹੇ ਪਰਮਾਤਮਾ, ਹੇ ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ, ਮੇਰੇ 'ਤੇ ਕਿਰਪਾ ਕਰ। ਮੇਰਾ ਮਨ ਤੇਰੇ ਸੰਤਾਂ ਦੀ ਚਰਨ ਧੂੜ ਬਣ ਜਾਵੇ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਤੇਰੇ ਸੰਤਨ ਕੀ ਮਨ ਹੋਏ ਰਵਾਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਕੀ ਮਨ ਹੋਏ ਰਵਾਲਾ, ਕੀ ਮਨ ਹੋਏ ਰਵਾਲਾ। ਅੱਗੇ ਕਹਿੰਦੇ, ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ। ਏਕ ਹੈ ਏਕ ਬਖਾਨਨੋ, ਨਾਨਕ ਏਕ ਅਨੇਕ। ਨਿਰੰਕਾਰ ਦੋ ਸ਼ਬਦਾਂ ਤੋਂ ਬਣਿਆ ਨਿਰ ਆਕਾਰ। ਨਿਰ ਆਕਾਰ ਨੂੰ ਜਦੋਂ ਇਕੱਠਾ ਕੀਤਾ ਉਹ ਕਹਿੰਦੇ ਨਿਰੰਕਾਰ। ਜਿਵੇਂ ਆਪਾਂ ਕਹਿੰਦੇ ਦਵਿੰਦਰ ਸਿੰਘ, ਕਿਉਂਕਿ ਸਾਨੂੰ ਹਿੰਦੀ ਤਾਂ ਆਉਂਦੀ ਕੋਈ ਨਹੀਂ, ਅਤੇ ਅਸੀਂ ਬਸ ਸਿੱਧੇ ਨਾ ਦਵਿੰਦਰ ਸਿੰਘ, ਅਰਥ ਨਿਕਲਦਾ ਕੋਈ ਨਹੀਂ। ਦਵਿੰਦਰ ਸਿੰਘ ਦਾ ਕੋਈ ਅਰਥ ਨਹੀਂ ਹੈ। ਹਿੰਦੀ ਵਾਲੇ ਕਹਿੰਦੇ ਦੇਵਿੰਦਰ ਸਿੰਘ। ਹਿੰਦੀ ਵਾਲੇ ਨਾਮ ਰੱਖਦੇ ਦੇਵਿੰਦਰ ਸਿੰਘ। ਦੇਵ ਇੰਦਰ, ਦੇਵਤਿਆਂ ਦਾ ਰਾਜਾ। ਅਸੀਂ ਬਸ ਉਹ ਦਵਿੰਦਰ, ਅਰਥ ਹੀ ਕੋਈ ਨਹੀਂ ਨਿਕਲਦਾ। ਇਹ ਸੁਣ ਲਿਆ ਬਸ, ਉਹਨਾਂ ਦੇ ਅਰਥ ਨਿਕਲਦੇ ਨੇ। ਹਿੰਦੀ ਵਾਲੇ ਜਦੋਂ ਦਵਿੰਦਰ ਸਿੰਘ ਲਿਖਣਗੇ DE ਲਿਖਣਗੇ ਦੇ, ਫਿਰ ਅੱਗੇ ਵਿੰਦਰ ਪਾਉਣਗੇ। ਦੇਵਿੰਦਰ ਉਹ ਦੋ ਸ਼ਬਦਾਂ ਤੋਂ ਬਣਿਆ, ਦੇਵ ਪਲੱਸ ਇੰਦਰ। ਇੰਦਰ ਰਾਜੇ ਨੂੰ ਕਹਿੰਦੇ, ਦੇਵਤਿਆਂ ਦਾ ਰਾਜਾ ਦੇਵਿੰਦਰ। ਇਸ ਲਈ ਅਸੀਂ ਦਵਿੰਦਰ ਹਾਂ। ਕੋਈ DA ਪਾਉਂਦਾ, ਕੋਈ ਕੁਛ ਪਾਉਂਦਾ, ਜਿਵੇਂ ਲੋੜ ਜੇ ਲੱਗੇ ਪਾਈ ਗਏ। ਨਾ ਸਾਨੂੰ ਪਤਾ ਜਿਹੜਾ ਬੱਚੇ ਦਾ ਨਾਂ ਰੱਖਣਾ ਇਹਦਾ ਕੀ ਮਤਲਬ ਹੈ। ਘੱਟ ਤੋਂ ਘੱਟ ਸਾਨੂੰ ਉਹਦੇ ਮਤਲਬ 'ਤੇ ਪਤਾ ਹੋਣਾ ਜੋ ਅਸੀਂ ਉਹਦਾ ਨਾਂ ਰੱਖਣ ਲੱਗੇ। ਕੱਲ੍ਹ ਬੱਚਾ ਪੁੱਛੇ ਮੰਮਾ ਡੈਡੀ ਮੇਰੇ ਨਾਂ ਦਾ ਅਰਥ ਕੀ ਹੈ, ਅਤੇ ਸਾਨੂੰ ਆਵੇ ਹੀ ਨਹੀਂ ਅਰਥ, ਬਸ ਅਸੀਂ ਸੁਣਿਆ ਸੀ ਨਾਂ ਰੱਖਦੀ। ਮੈਂ ਅਤੇ ਮਿਸਿਜ਼ ਇੱਕ ਟੀਚਰ ਦੇ ਘਰ ਗਏ, ਉਹਦੀ ਸਹੇਲੀ ਦੇ। ਉਹ ਆਪਣੇ ਘਰ ਵਾਲ ਮੈਂ ਦੀ ਟਾਈਗਰ ਆਈ। ਮੈਂ ਵਾਹ ਇਹਨਾਂ ਦਾ ਕੁੱਤਾ ਵੀ ਆਵਾਜ਼ ਸੁਣਦਾ ਹੈ ਵੀ ਆਊਗਾ, ਅਤੇ ਉਹ ਬੰਦਾ ਆ ਗਿਆ। ਪਤਾ ਲੱਗਿਆ ਤਾਂ ਘਰ ਵਾਲਾ। ਇਹੋ ਜਿਹੇ ਤੇ ਅਸੀਂ ਨਾਂ ਰੱਖਣ ਵਾਲੇ, ਕੁੱਤੇ ਬਿੱਲੀਆਂ ਵਾਲੇ ਨਾਮ ਰੱਖੇ ਹੋਏ ਨੇ। ਗੁਰੂ ਮਹਾਰਾਜ ਇੰਨੇ ਜ਼ਬਰਦਸਤ ਸਾਨੂੰ ਨਾਮ ਦਿੱਤੇ ਸੀ। ਸਰਦਾਰ ਬਣਾਇਆ ਸੀ, ਅਸੀਂ ਕੁੱਤੇ ਬਿੱਲਿਆਂ ਵਾਲੇ ਬਣ ਰਹੇ। ਕਿੱਥੇ ਅਸੀਂ ਡਿੱਗ ਪਏ ਹਾਂ। ਨਾਮ ਤੇ ਚੱਜ ਦਾ ਰੱਖ ਲੈਣਾ ਚਾਹੀਦਾ।
ਹੁਣ ਚੰਗਾ ਭਲਾ ਨਾਮ ਕਲਿਆਣ ਦਾਸ ਸੀ। ਮਾਂ ਪਿਓ ਨੇ ਕਾਲੂ ਕਾਲੂ ਕਹਿਣਾ ਸ਼ੁਰੂ ਕਰ ਦਿੱਤਾ, ਚੱਲ ਉਹ ਰਿਟਰਨ ਵਿੱਚ ਵੀ ਕਾਲੂ ਆ ਗਿਆ। ਅਸਲੀ ਨਾਮ ਹੀ ਨਹੀਂ ਕਿਸੇ ਨੂੰ ਪਤਾ ਉਹਨਾਂ ਦਾ। ਮਹਿਤਾ ਕਾਲੂ ਦਾ ਨਾਂ ਕੀ ਸੀ? ਹਾਂਜੀ, ਨਾਂ ਦੇ ਕਲਿਆਣ ਦਾਸ ਰੱਖਿਆ ਸੀ। ਜਿਹੜਾ ਉਹਨਾਂ ਦਾ ਭਰਾ ਸੀ ਉਹ ਲਾਲ ਚੰਦ ਸੀ, ਉਹਨੂੰ ਲਾਲੂ ਲਾਲੂ ਕਹਿੰਦੇ ਸੀ ਬਸ। ਕਾਲੂ ਅਤੇ ਲਾਲੂ ਦੋ ਪੁੱਤਰ ਸਨ ਉਹਨਾਂ ਦੇ ਮਹਿਤਾ ਦੇ ਬਸ। ਅਤੇ ਉਹ ਅੱਗੇ ਅੱਗੇ ਚੱਲੀ ਗਿਆ। ਇੱਥੋਂ ਕਿ ਇਤਿਹਾਸ 'ਚ ਵੀ ਉਹਨਾਂ ਦਾ ਨਾਮ ਮਹਿਤਾ ਕਾਲੂ ਆਇਆ। ਅਸੀਂ ਰੱਖਿਆ ਨਾਮ ਕਲਿਆਣ ਦਾਸ, ਸੱਦਣ ਲੱਗੇ ਕਾਲੂ, ਫਿਰ ਕਾਲੂ ਹੀ ਰੱਖ ਲਓ, ਫਿਰ ਕਲਿਆਣ ਦਾਸ ਰੱਖਣ ਦੀ ਕੀ ਲੋੜ ਹੈ? ਜੇ ਏਡੇ ਤੁਹਾਨੂੰ ਚੰਗਾ ਲੱਗਦਾ ਨਾ, ਨਾਮ ਛੋਟਾ ਰੱਖੋ ਜਿਹਦੇ ਟੁਕੜੇ ਹੀ ਨਾ ਹੋ ਸਕਣ। ਅਸੀਂ 5 ਭਰਾ, ਵੱਡੇ ਦਾ ਭਰਾ ਨਾਂ ਸੀ ਜੰਗੀਰ ਸਿੰਘ, ਟੁਕੜੇ ਨਹੀਂ ਹੋਏ, ਜੰਗੀਰ ਹੀ ਬੁਲਾਉਣਾ ਪੈਣਾ ਸੀ। ਦੂਜੇ ਦਾ ਨਾਂ ਸੀ ਮਾਨ ਸਿੰਘ, ਉਹ ਵੀ ਨਾਮ ਦੇ ਟੁਕੜੇ ਨਹੀਂ ਹੁੰਦੇ। ਤੀਜੇ ਦਾ ਨਾਂ ਸੀ ਆਸਾ ਸਿੰਘ, ਉਹ ਵੀ ਨਹੀਂ ਟੁਕੜੇ ਹੁੰਦੇ। ਚੌਥੇ ਦਾ ਨਾਂ ਜੈਮਲ ਸਿੰਘ, ਉਹ ਵੀ। ਪੰਜਵੇਂ ਦਾ ਨਾਂ ਸੀ ਹਰਭਜਨ ਸਿੰਘ, ਲੋਕ ਹਾਰ ਉਡਾਤਾ ਬਾਪੂ ਬੇਬੇ ਨੇ। ਉਹ ਭਜਨ, ਉਹ ਭਜਨ। ਦੱਸ ਮੈਂ ਜੇ ਭਜਨ ਮੈਨੇ ਵੀ ਤਾਂ ਹਰਭਜਨ ਹੀ ਇੱਕੋ ਹੀ ਗੱਲ ਹੈ। ਭਜਨ ਮੈਨੇ ਵੀ ਤਾਂ ਉਹੀ ਹੈ, ਭਜਨ ਬੰਦਗੀ ਰੱਬ ਦੀ ਅਸੀਂ ਕਰਦੇ। ਫਿਰ ਜੇ ਤੁਸੀਂ ਭਜਨ ਹੀ ਸੱਦਣਾ ਸੀ, ਫਿਰ ਭਜਨ ਹੀ ਰੱਖ ਲਓ। ਹਰ ਭਜਨ ਫਿਰ ਕਿਉਂ ਰੱਖਣ ਦੀ ਲੋੜ ਹੈ? ਕਈਆਂ ਨੂੰ ਅਸਲੀ ਬੱਚਿਆਂ ਦੇ ਨਾਂ ਹੀ ਭੁੱਲ ਗਏ ਹੁੰਦੇ ਨੇ। ਮੈਂ ਆਪਣੇ ਦੋਸਤ ਦੇ ਘਰ ਰਹਿੰਦਾ ਹੁੰਦਾ ਸੀ। ਉਹ ਜਿਹੜੇ ਜੀਜਾ ਸੀ, ਮੋਗੇ ਉਹਦੇ ਬੱਚੇ ਪੜ੍ਹਦੇ ਸਨ। ਉਹ ਡਿਊਟੀ ਤੋਂ ਆਇਆ ਵੀ ਚਲ ਬੱਚਿਆਂ ਨੂੰ ਮਿਲ ਚੱਲੀਏ। ਪ੍ਰਿੰਸੀਪਲ ਕੋਲ ਗਿਆ। ਮੇਰੇ ਇੱਥੇ 2 ਬੱਚੇ ਪੜ੍ਹਦੇ, ਇੱਕ ਲੜਕਾ ਇੱਕ ਲੜਕੀ। ਕਹਿੰਦੇ ਨਾਂ ਬੋਲੋ ਜੀ। ਨਾਮ ਆਇਆ ਹੀ ਨਾ। ਉਹ ਜੇ ਘਰ ਦੇ ਨਾਂ ਸੀ, ਉਹ ਕਹਿੰਦੀ ਇਹ ਨਹੀਂ ਚੱਲਣਗੇ ਜੀ ਜਿਹੜੇ ਇਹਨਾਂ ਦੇ ਅਸਲੀ ਨਾਂ, ਨਾ ਕੁੜੀ ਦਾ ਨਾਂ ਆਵੇ ਨਾ ਬਾਪ ਦਾ ਨਾਂ ਆਵੇ। ਉਹ ਪ੍ਰਿੰਸੀਪਲ ਨੂੰ ਡਾਊਟ ਹੋ ਗਿਆ, ਕਹਿੰਦੇ ਬੈਠੋ ਜੀ, ਵੀ ਇਹ ਕਿਹੜਾ ਬੰਦਾ ਵੀ ਹੈ? ਤੁਸੀਂ ਕਿਸ ਡਿਪਾਰਟਮੈਂਟ 'ਚੋਂ ਜੀ? ਕਹਿੰਦੇ ਮੈਂ ਪੁਲਿਸ 'ਚ। ਅੱਛਾ, ਇੰਨਾ ਪਤਾ ਤੁਹਾਡੇ ਬੱਚੇ ਕਿਹੜੀ ਕਿਹੜੀ ਜਮਾਤ? ਹਾਂਜੀ। ਕਹਿੰਦੇ ਕੁੜੀ 9ਵੀਂ 'ਚ, ਮੁੰਡਾ 7ਵੀਂ 'ਚ। ਕਹਿੰਦੇ ਅੱਛਾ। ਉੱਥੇ A B C D E ਸੈਕਸ਼ਨ ਸਨ। PN ਸੱਦਿਆ, ਕਹਿੰਦੇ ਬਈ ਸਾਰੇ ਸੈਕਸ਼ਨਾਂ 'ਚ ਜਾ, ਬਈ ਜਿਹੜੇ ਪੁਲਿਸ ਵਾਲੇ ਬੱਚੇ ਨੇ ਖੜ੍ਹੇ ਹੋ ਜਾਓ, ਸਾਰਿਆਂ ਨੂੰ ਸੱਦ ਲਿਆ ਇੱਥੇ। ਉਹ ਕੁੜੀ ਨੇ ਆਪਣ ਜਾਈ, ਕੁੜੀ ਦਫ਼ਤਰ 'ਚ ਬਾਪ ਨੂੰ ਪਹਿਚਾਣ ਲਿਆ। ਕੁੜੀ ਨੂੰ ਕਹਿੰਦੇ ਵੀ ਪ੍ਰਿੰਸੀਪਲ ਕਿ ਜਾ ਆਪਣੇ ਭਰਾ ਨੂੰ ਲੱਭ ਕੇ ਲਿਆ, ਹੁਣ ਤੈਨੂੰ ਤਾਂ ਪਤਾ ਕਿਹੜੇ ਸੈਕਸ਼ਨ 'ਤੇ। ਕਹਿੰਦੇ ਵਾਹ ਜੀ ਵਾਹ ਸਰਦਾਰ ਜੀ, ਕਮਾਲ ਹੈ ਵੀ ਤੁਹਾਡੇ ਬੱਚਿਆਂ ਨੂੰ ਤੁਹਾਡਾ ਨਾਂ ਹੀ ਨਹੀਂ ਆਉਂਦੇ ਹੈ। ਕਿਉਂ? ਨਿਕ ਨੇਮ ਨਾਲ ਸੱਦੀ ਗਏ, ਅਸਲੀ ਨਾਮ ਹੀ ਭੁੱਲ ਗਏ ਇੰਨੇ ਸਾਲਾਂ 'ਚ। ਇੱਕੋ ਹੀ ਨਾਂ ਰੱਖੀਦਾ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਨਾਮ ਜੋ ਰੱਖਿਆ, ਅਗਰ ਬਦਲੋਗੇ ਨਾ, ਗੁਰੂ ਮਹਾਰਾਜ ਨਾਰਾਜ਼ ਹੋ ਜਾਣਗੇ ਵੀ ਮੇਰੇ ਤੋਂ ਪੁੱਛ ਕੇ ਤੁਸੀਂ ਨਾਮ ਰੱਖੇ, ਫਿਰ ਆਪਣੀ ਮਰਜ਼ੀ ਕਰਦੇ ਹੋ। ਆਪਣੀ ਮਰਜ਼ੀ ਨਹੀਂ ਚਲੇਗੀ। ਜਿਹੜਾ ਨਾਮ ਰੱਖਿਆ ਤੁਸੀਂ ਸਕੂਲ 'ਚ ਜੋ ਲਿਖਾ ਕੇ ਆਇਓ, ਉਸੇ ਨਾਮ ਨਾਲ ਹੀ ਬੱਚੇ ਨੂੰ ਬੁਲਾਉਣਾ, ਉਸੇ ਨਾਮ ਨਾਲ ਬੁਲਾਉਣਾ। ਜਿਵੇਂ ਇੱਕ ਬਾਣੀ ਅਸੀਂ ਆ ਗਏ ਬਾਜ, ਭਰਾ ਦਾ ਨਾਂ ਸੀ ਆਸਾ ਸਿੰਘ। ਉਹ ਆਸੂ, ਬਾਪੂ ਨੇ ਸੁਣ ਲਿਆ, ਕਹਿੰਦੇ ਸੇਠ ਜੀ ਮੇਰੇ ਬੱਚੇ ਦਾ ਨਾਮ ਹੈ ਆਸਾ ਸਿੰਘ, ਅੱਗੇ ਤੋਂ ਆਸੂ ਨਹੀਂ ਕਹਿਣਾ, ਤੁਸੀਂ ਕਹੋਗੇ ਹੋਰ ਲੱਗ ਜਾਣਗੇ, ਹੋਰ ਲੱਗ ਜਾਣਗੇ। ਉਹਦੇ ਨਾਲ ਆਸਾ ਸਿੰਘ, ਆਸਾ ਸਿੰਘ ਕਹਿ ਕੇ ਆਵਾਜ਼ ਮਾਰਨੀ। ਕਹਿੰਦੇ ਉਹਦਾ ਨਾਮ ਆਸਾ ਸਿੰਘ। ਆਸੂ ਤੋਂ ਕਿਆ ਮਤਲਬ ਹੈ? ਮੈਂ ਖੜਾ ਸੀ, ਪੈ ਗਏ ਸਾਡੇ ਬਾਪਾ ਜੀ। ਸੋ ਬੱਚੇ ਨੂੰ ਅਸਲੀ ਨਾਮ ਨਾਲ ਹੀ ਬੁਲਾਈਦਾ ਹੁੰਦਾ ਹੈ, 2 ਨਾਮ ਨਹੀਂ ਰੱਖੀਦੇ ਹੁੰਦੇ। ਹਾਂ, ਜੇ ਤੁਹਾਨੂੰ ਨਿਕਨੇਮ ਜ਼ਿਆਦਾ ਚੰਗਾ, ਸਕੂਲ 'ਚ ਉਹੀ ਨਾਮ ਲਿਖਾ ਦਿਓ, ਗੱਲ ਖਤਮ ਹੋ ਗਈ। ਆਹੀ ਹੈ ਜੀ ਬਸ। ਜਿਵੇਂ ਰਜਨੀ ਹੈ, ਹੁਣ ਪੁੱਛ ਕੀ ਨਾ ਰਜਨੀ, ਅੱਗੇ ਕੋਈ ਕੁਛ ਨਾ, ਬਸ ਕੱਲੀ ਰਜਨੀ ਹੈ ਜੀ, ਠੀਕ ਹੈ, ਕਲਰ ਗੱਲ ਖਤਮ। ਰਜਨੀ ਸਾਦੇ ਰਜਨੀ ਹੈਗੀ। ਸਕੂਲ 'ਚ ਅੱਗੇ ਕੁਛ ਨਹੀਂ ਲਿਖਾਇਆ ਹੈਗਾ, ਜਿਵੇਂ ਕੁਮਾਰੀ ਫਲਾਣੀ ਨਾ, ਕੁਛ ਵੀ ਨਹੀਂ, ਬਸ ਠੀਕ ਉਹੀ ਚੱਲਦਾ। ਉਹੀ ਨਾਮ ਲਿਖਾਓ, ਉਸੇ ਨਾਲ ਹੀ ਸੱਦੋ ਬਸ। 2 ਨਾਮਾਂ ਦਾ ਕਿਆ ਮਤਲਬ ਹੈ? ਅੱਗੇ ਤੋਂ ਖਿਆਲ ਰੱਖਣਾ। ਹੁਣ ਤਾਂ ਜਿਹੜੇ ਪੈਦਾ ਹੋ ਗਏ, ਤੁਸੀਂ ਜਿਹੜੇ ਬੈਠੇ ਹੋ ਤੁਸੀਂ ਖਿਆਲ ਰੱਖਿਓ। ਬੱਚੇ ਨੂੰ ਅਸਲੀ ਨਾਮ ਨਾਲ ਹੀ ਬੁਲਾਈਦਾ ਹੁੰਦਾ ਹੈ। ਛੋਟਾ ਨਾਮ ਰੱਖੀਦਾ, ਵੱਡਾ ਨਹੀਂ ਰੱਖੀਦਾ, ਨਹੀਂ ਫਿਰ ਤੁਸੀਂ ਨਾਮ ਦੇ ਟੁਕੜੇ ਕਰ ਦਿਓਗੇ। ਗੁਰੂ ਮਹਾਰਾਜ ਕਹਿੰਦੇ
ਨਿਰੰਕਾਰ ਆਕਾਰ ਆਪ। ਪਰਮਾਤਮਾ ਨਿਰਾਕਾਰ ਵੀ ਹੈ ਤੇ ਆਕਾਰ ਵਾਲਾ ਵੀ ਹੈ। ਨਿਰੰਕਾਰ ਜਿਹੜਾ ਹੈ ਹਾਂਜੀ। ਸੰਧੀ ਛੇਦ ਕਿਦਾਂ ਮੈਂ ਨਿਰਾਕਾਰ ਹਾਂਜੀ ਟਿੱਪੀ ਕਿਦਾਂ ਆ ਗਈ ਜੀ? ਜੇ ਇਕੱਠਾ ਕੀਤਾ ਸੰਧੀ ਕਹਿੰਦੇ ਇਹਨੂੰ ਹੈ। ਆਦ ਤਾਂ ਆਦ ਹੋ ਗਿਆ, ਆਕਾਰ ਤੇ ਆਪ। ਹਾਂ ਫਿਰ ਉਹ ਨਿਯਮ ਹੈ, ਹਾਂਜੀ ਉਹ ਨਿਯਮ ਹੈ। ਜਦੋਂ ਨਿਰਕਾਰ ਨੂੰ ਇਕੱਠਿਆਂ ਕਰਨਾ ਹੈ ਤਾਂ ਨਿਰੰਕਾਰ ਹੀ ਬਣੇਗਾ, ਤੇ ਨਿਰੰਕਾਰ ਜਦੋਂ ਟੋਟੇ ਕਰਨੇ ਤਾਂ ਨਿਰਾਕਾਰ ਬਣੇਗਾ ਜੀ। ਨਿਰੰਕਾਰ ਤੇ ਮੈਂ ਹਾਂ ਟਿੱਪੀ ਵਾਲੀ ਮੰਤਰ ਹਾਂ ਟਿੱਪੀ ਲਾਉਣ ਦਾ ਕਿਤਾ ਅਰਥ ਨਿਕਲੇਗਾ ਉਹਦਾ। ਪਰਮਾਤਮਾ ਨਿਰੰਕਾਰ ਵੀ ਹੈ ਪਰ ਆਕਾਰ ਤੋਂ ਰਹਿਤ ਵੀ ਹੈ, ਆਕਾਰ ਵਾਲਾ ਵੀ ਹੈ। ਆਪ ਨਿਰਗੁਣ ਹੈ, ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ। ਸਰਗੁਣ ਵੀ ਹੈ, ਤੇ ਸਾਡੇ ਵਰਗੇ ਜਿਹੜੇ ਇਹ ਮਾਇਆ ਦੇ ਪ੍ਰਭਾਵ 'ਚ ਪ੍ਰਭਾਵਿਤ ਸਰਗੁਣ ਵੀ ਹੈ। ਸਾਡੇ 'ਚ ਬੈਠਾ ਪਰਮਾਤਮਾ ਸਰਗੁਣ ਹੈ, ਆਪਣੇ ਆਪ 'ਚ ਪਰਮਾਤਮਾ ਨਿਰਗੁਣ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ। ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਉਹੀ ਹੈ। ਇੱਕ ਹੈ ਇੱਕ ਬਖਾਨੂ, ਉਹਨੂੰ ਇੱਕੋ ਇੱਕ ਹੀ ਕਿਹਾ ਜਾਂਦਾ, ਉਹ ਦੋ ਤਿੰਨ ਨਹੀਂ ਹੈਗੇ। ਨਾਨਕ ਏਕ ਅਨੇਕ, ਪਰ ਉਹ ਇੱਕ ਤੋਂ ਅਨੇਕ ਵੀ ਹੋ ਜਾਂਦਾ ਹੈ, ਕਿਉਂਕਿ ਜੋ ਪਰਮਾਤਮਾ ਬਣਾਉਂਦਾ ਹੈ ਪਰਮਾਤਮਾ ਦੇ ਵਿੱਚ ਹੁੰਦਾ, ਜੋ ਚੀਜ਼ ਬਣਾਉਂਦਾ ਪਰਮਾਤਮਾ, ਇਸ ਲਈ ਅਨੇਕ ਹੋ ਗਏ, ਕਿਉਂਕਿ ਹਰ ਇੱਕ ਦੇ ਵਿੱਚ ਬੈਠਾ ਹੈ। ਪਰਮਾਤਮਾ ਨੇ ਜੋ ਕੁਛ ਵੀ ਬਣਾਇਆ ਹੈ ਪਰਮਾਤਮਾ ਦੇ ਵਿੱਚ ਬੈਠਾ, ਇਸ ਲਈ ਉਹਨੂੰ ਕਹਿੰਦੇ ਪੁਰਖ। ਕਰਤਾ ਤਾਂ ਹੈ, ਰਚਨਹਾਰ ਤੇ ਉਹ ਹੈ, ਪਰ ਉਹਦੀ ਇੱਕ ਸਿਫਤ ਹੈ ਕਿ ਉਹ ਪੁਰਖ ਵੀ ਹੈ। ਉਹ ਆਪਣੀ ਰਚਨਾ ਦੇ ਵਿੱਚ ਬਿਰਾਜਮਾਨ ਹੈ। ਰਚਨਾ ਤੇ ਉਹ ਅਲੱਗ-ਅਲੱਗ ਨਹੀਂ ਹੈਗੇ। ਪਰਮਾਤਮਾ ਜਿਹੜਾ ਹੈ ਸਾਡੇ ਵਿੱਚ ਵੀ ਬੈਠਾ, ਨਿਰਗੁਣ ਸਰੂਪ 'ਚ ਆਪਣਾ ਸੱਚਖੰਡ ਬੈਠਾ, ਸਰਗੁਣ ਸਾਡੇ ਵਿੱਚ ਬੈਠਾ ਹੋਇਆ ਹੈ। ਉਹ ਅਨੇਕ ਵੀ ਹੈ, ਉਹ ਏਕ ਵੀ ਹੈ। ਆਪ ਹੀ ਏਕ ਹੈ, ਆਪ ਹੀ ਅਨੇਕ ਹੈ। ਪੌੜੀ। ਓਮ ਗੁਰਮੁਖ ਕੀਓ ਆਕਾਰ। ਓਮ ਪਰਮਾਤਮਾ ਨੇ ਇਹ ਜਿਹੜਾ ਆਕਾਰ ਬਣਾਇਆ ਨਾ, ਇਹ ਤਾਂ ਜੀਵਨ ਨੂੰ ਗੁਰਮੁਖ ਬਣਾਉਣ ਲਈ ਸੀ, ਕਿ ਤੁਸੀਂ ਇੱਥੇ ਆ ਕੇ ਮੇਰਾ ਨਾਮ ਜਪੋ। ਦੁਨੀਆ ਹੋ ਗਈ ਮਨਮੁਖ, ਧਰਤੀ 'ਤੇ ਭਾਰ ਵੱਧ ਗਿਆ। ਧਰਤੀ ਨੇ ਪੁਕਾਰ ਕੀਤੀ ਪਰਮਾਤਮਾ ਅੱਗੇ ਵੀ ਮੇਰੇ ਤੋਂ ਮਨਮੁਖਾਂ ਦਾ ਭਾਰ ਨਹੀਂ ਚੁੱਕਿਆ ਜਾਂਦਾ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਓ। ਧਰਤੀ ਨੇ ਪੁਕਾਰ ਕੀਤੀ। ਤੁਸੀਂ ਕੋਈ ਧਰਤੀ ਬੋਲਦੀ ਹੈ? ਇਹ ਨਾ ਸਾਡੀ ਸਮਝ ਤੋਂ ਕੁਝ ਉੱਪਰ ਵਾਲੀਆਂ ਬਾਤਾਂ ਹਨ। ਜਿਨ੍ਹਾਂ ਨੇ ਮਰਿਆ ਮੁਰਦਿਆਂ ਨਾਲ ਗੱਲਾਂ ਕਰਨੀਆਂ, ਉਹ ਮੁਰਦਿਆਂ ਨਾਲ ਵੀ ਗੱਲਾਂ ਕਰ ਲੈਂਦੇ ਨੇ। ਕੁੱਤਿਆਂ ਨਾਲ ਗੱਲਾਂ ਕਰਨੇ, ਜਾਨਵਰਾਂ ਨਾਲ ਗੱਲਾਂ ਕਰ ਲੈਂਦੇ ਨੇ। ਹਾਂਜੀ, ਜਿਨ੍ਹਾਂ ਗੱਲਾਂ ਕਰਨੀਆਂ ਉਹ ਤਾਂ ਉਹਨਾਂ ਮੁਰਦਿਆਂ ਨਾਲ ਵੀ ਗੱਲਾਂ ਕਰ ਲੈ। ਕਿ ਰੂਹ ਤਾਂ ਕਿਤੇ ਹੀ ਨਾ ਗਈ, ਡੈਡ ਬੋਡੀ ਪਈ ਹੈ, ਰੂਹ ਤਾਂ ਫਿਰ ਰਹੀ ਹੈ। ਤੂੰ ਹੈ ਜਿਵੇਂ ਰਾਮ ਰਾਏ ਜੀ ਨੂੰ ਉਹਨਾਂ ਦੇ ਛੇਲੇ ਬਾਲਕਿਆਂ ਨੇ ਜਿਉਂਦੇ ਸਮਾਧੀ ਸਥਿਤ ਸਰ ਰਾਮ ਰਾਏ ਜੀ, ਚੇਲੇ ਬਾਲ ਕੇ ਕਹਿ ਕੇ ਮਰ ਗਏ ਮਰ ਗਏ ਮਰ ਗਏ। ਅਗਲਾ ਤੀ ਬੇਬੀ ਪੰਜਾਬ ਕੌਰ ਨੇ, ਉਹਨਾਂ ਦੀ ਮਿਸਿਸ ਨੇ ਬੜਾ ਕਿਹਾ ਵੀ ਸਮਾਧੀ 'ਚ ਨੇ, ਪਰ ਨਹੀਂ, ਉਹ ਉਹਨਾਂ ਦੀ ਚੱਲਦੀ ਸੀ ਮਸੰਦਾਂ ਦੀ। ਉਹਨਾਂ ਨੇ ਚਿਖਾ 'ਤੇ ਰੱਖਤਾ, ਜੋ ਕਾਫੀ ਸਾਰਾ ਸੜ ਗਿਆ ਸਰੀਰ। ਇਹਦੇ 'ਚ ਰਾਮ ਰਾਏ ਦੀ ਜਿਹੜੀ ਰੂਹ ਕਿਤੇ ਗਈ ਹੋਈ ਸੀ, ਵਾਪਸ ਆ ਗਈ। ਉਹਨੂੰ ਉਹ ਰੂਹ ਨੂੰ ਚੜ੍ਹਿਆ ਗੁੱਸਾ, ਕਹਿੰਦਾ ਜਿਵੇਂ ਤੁਸੀਂ ਮੈਨੂੰ ਜਿਉਂਦੇ ਨੂੰ ਸਾੜਿਆ ਨਾ, ਇੱਕ ਦਿਨ ਆਏਗਾ ਤੁਹਾਨੂੰ ਵੀ ਜਿਉਂਦਿਆਂ ਨੂੰ ਸਾੜਿਆ ਜਾਵੇਗਾ। ਅਤੇ ਫਿਰ ਦਸਮ ਪਾਤਸ਼ਾਹ ਉੱਥੇ ਗਏ ਸਨ ਪੰਜਾਬ ਕੌਰ ਦੀ ਬੇਨਤੀ 'ਤੇ। ਉਹਨੇ ਕਿਹਾ ਅੱਛਾ ਪਰਦਾ ਕਰ ਲਿਆ ਦਸਮ ਪਾਤਸ਼ਾਹ ਨੇ, ਤੂੰ ਪਰਦੇ ਦੇ ਪਿੱਛੇ ਖਲੋ ਜਾ। ਉਹਨਾਂ ਅਨਾਊਂਸਮੈਂਟ ਕਰਤੀ ਕਿ ਭਾਈ ਜਿਹੜੇ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਸੀ ਰਾਮ ਰਾਏ ਦੀ, ਉਹਨਾਂ ਨੂੰ ਅਸੀਂ ਜਿਹੜਾ ਇਨਾਮ ਦੇਣੇ ਨੇ। ਲਾਈਨ ਬਣਾ ਲਓ ਸਾਰੇ ਮਸੰਦ, ਲਾਈਨ 'ਚ ਖੜੇ ਕਰ ਲਏ।
ਪੰਜਾਬ ਕੌਰ ਨੂੰ ਕਹਿਤਾ ਵੀ ਸਾਨੂੰ ਇਸ਼ਾਰਾ ਕਰੀ ਚੱਲੀ ਵੀ ਆ ਵੀ ਸੀ, ਆ ਸਾਡਾ ਚਾਹ ਵੀ ਸੀ। ਗੁਰੂ ਮਹਾਰਾਜ ਨੇ ਵੱਢ ਕਰ ਲਏ। ਉਹਨਾਂ ਸੋਚਿਆ ਬੱਲੇ ਬੱਲੇ ਸਾਨੂੰ ਮਿਲਣਗੇ ਸਰੋਪੇ। ਤੱਤੇ ਤੇਲ ਦੇ ਕੜਾਹੇ ਕਰਕੇ ਸਿੱਖਰ ਕੇ ਚੱਕ ਚੱਕ ਵਿੱਚ ਸੁੱਟ ਦੋ ਇਹਨਾਂ ਨੂੰ। ਉਹ ਰਾਮ ਰਾਏ ਵੀ ਤਾਂ ਫਿਰ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ। ਕਹਿੰਦੇ ਜਿਵੇਂ ਤੁਸੀਂ ਮੈਨੂੰ ਜਿਉਂਦੇ ਨੂੰ ਸਾੜਿਆ, ਐਂ ਤੁਹਾਨੂੰ ਵੀ ਜਿਉਂਦਿਆਂ ਸਾੜਿਆ ਜਾਵੇਗਾ। ਸੋ ਰੂਹਾਂ ਨਹੀਂ ਕਿਤੇ ਜਾਂਦੀਆਂ ਹੁੰਦੀਆਂ, ਇਹ ਤਾਂ ਰੂਹਾਂ ਤਾਂ ਸਰੀਰ ਤਿਆਗਦੀਆਂ ਨੇ ਬਸ, ਹੋਰ ਸਰੀਰ ਧਾਰਨ ਕਰ ਲੈਂਦੀਆਂ ਨੇ। ਜੇ ਪਰਮਾਤਮਾ ਹੁਕਮ ਹੈ ਭਾਈ ਸਰੀਰ ਧਾਰਨ ਕਰ ਲਓ, ਧਾਰਨ ਕਰ ਲੈਣੇ, ਤੇ ਸਿਰ ਫਿਰਦੇ ਰਹਿੰਦੀਆਂ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਓਮ ਗੁਰਮੁਖ ਕੀ ਔਰ ਆਕਾਰ। ਪਰਮਾਤਮਾ ਨੇ ਤਾਂ ਗੁਰਮੁਖ ਬਣਾਉਣ ਲਈ ਸਾਰਾ ਆਕਾਰ ਬਣਾਇਆ ਸੀ, ਸ੍ਰਿਸ਼ਟੀ ਬਣਾਈ ਸੀ। ਏਕੈ ਸੂਤ ਪ੍ਰੋਵਨ ਹਰ, ਉਹ ਸਾਰਿਆਂ ਨੂੰ ਇੱਕੋ ਨਿਯਮ ਇੱਕ ਸੂਤਰ ਦੇ ਪਰੋਣ ਵਾਲਾ ਹੈ, ਕਿਉਂਕਿ ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਹੁਕਮ ਹੈ ਅੰਦਰ ਸਭ ਕੋ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ, ਉਹਨੇ ਫਿਰ ਮਾਇਆ ਦੇ ਤਿੰਨਾਂ ਗੁਣਾਂ ਦਾ ਵਿਸਥਾਰ ਕਰਤਾ, ਰਜੋ ਸਤੋ ਤਮ। ਬ੍ਰਹਮ ਗਿਆਨੀ ਤੋਂ ਬਿਨਾਂ ਜਿੰਨੇ ਵੀ ਸੰਸਾਰ 'ਚ ਜੀਵ ਨੇ, ਇਹ ਸਭ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਨੇ। ਅਸੀਂ ਜੇ ਆਮ ਲੋਕਾਂ 40-40 ਮਿੰਟਾਂ ਬਾਅਦ ਸਾਡਾ ਸੁਭਾਅ ਬਦਲਦਾ ਰਹਿੰਦਾ ਹੈ। ਸਾਡੀ ਨਾਸ ਇੱਕ ਜਿਹੜੀ 40 ਮਿੰਟ ਚੱਲਦੀ ਹੈ, ਉਸ ਤੋਂ ਬਾਅਦ ਫਿਰ ਦੂਜੀ ਨਾਸ ਚੱਲਦੀ ਹੈ 40 ਮਿੰਟ। ਤੁਸੀਂ ਕਦੇ ਵੀ ਇੱਕ ਨਾਸ ਬੰਦ ਕਰ ਲਓ, ਹਥੇਲੀ 'ਤੇ ਸਾਹ ਛੱਡਣ ਨਾਸ, ਫਿਰ ਦੂਜੀ ਖੋਲ੍ਹ, ਜਿਸ ਦੇ ਵਿੱਚ ਖੁੱਲ੍ਹ ਕੇ ਸਾਹ ਆਵੇਗਾ, ਇਹਦਾ ਮਤਲਬ ਉਹ ਨਾਸ ਚੱਲ ਰਹੀ ਹੈ। ਹੁਣ ਖੱਬੀ ਨਾਸ ਚੱਲ ਰਹੀ ਹੈ, ਇਹ ਠੰਡੀ ਹੁੰਦੀ ਹੈ। ਤੁਹਾਨੂੰ ਕਿਸੇ ਨੇ ਕੁਛ ਅਵਾ ਤਬਾ ਬੋਲਤਾ ਤਾਂ ਵੀ ਤੁਸੀਂ ਸ਼ਾਂਤ ਚਿੱਤ ਰਹੋਗੇ, ਕਿਉਂਕਿ ਤੁਹਾਡੇ ਅੰਦਰ ਸ਼ਾਂਤੀ ਉਸ ਵੇਲੇ। ਕਿਤੇ ਚੱਲ ਪਈ ਸੱਜੀ ਨਾਸ, ਉਹ ਤਾਂ ਗਰਮ ਹੁੰਦੀ ਹੈ। ਤੁਹਾਨੂੰ ਕਿਹਾ ਨਹੀਂ ਕਿਸੇ ਨੇ ਦੋ ਬੋਲ, ਤੁਸੀਂ ਕੋਈ 10 ਸੁਣਾਏ ਨਹੀਂ ਹਨ। ਇਹ ਜਿਹੜੇ ਸਵਾਸ ਨੇ 40-40 ਮਿੰਟਾਂ ਬਦਲਦੇ ਰਹਿੰਦੇ ਨੇ। ਇਸ ਲਈ ਕਦੇ ਅਸੀਂ ਰਜੋ ਗੁਣੀ, ਕਦੇ ਤਮੋ ਗੁਣੀ, ਕਦੇ ਸਤੋ ਗੁਣੀ। ਇਹ ਤਿੰਨੋਂ ਗੁਣ ਮਾਇਆ ਦੇ ਹਨ। ਮਨੁੱਖ ਸਾਰੇ ਜਿਹੜੇ ਲੋਕ ਨੇ ਬ੍ਰਹਮ ਗਿਆਨੀ ਤੋਂ ਬਿਨਾਂ, ਬਾਕੀ ਤਾਂ ਫਿਰ ਚੌਥੀ ਅਵਸਥਾ ਹੁੰਦੀ ਹੈ, ਚੌਥਾ ਪਦ ਤੁਰੀਆ ਅਵਸਥਾ, ਉਨਮਨੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਹੈ। ਸੋ ਇਸ ਲਈ ਸਾਡਾ ਸੁਭਾਅ ਸਵੇਰੇ ਹੋਰ, ਦੁਪਹਿਰੇ ਹੋਰ, ਸ਼ਾਮ ਨੂੰ ਹੋਰ, ਅੱਡ ਅੱਡ ਸੁਭਾਅ ਹੁੰਦਾ ਰਹਿੰਦਾ ਹੈ। ਕਦੇ ਅਸੀਂ ਰਜੋ ਗੁਣੀ, ਕਦੇ ਸਤੋ ਗੁਣੀ, ਕਦੇ ਤਮੋ ਗੁਣੀ। ਕਦੇ ਮਹਾਮੂਰਖਾਂ ਵਾਲੇ ਕਰਮ ਕਰਦੇ ਹਾਂ, ਉਦੋਂ ਤਮੋ ਗੁਣੀ ਹੈ। ਕਿਤੇ ਹਉਮੈ ਚੱਕ ਕੇ ਕਰਮ ਕਰਦੇ ਉਦੋਂ ਰਜੋ ਗੁਣੀ ਹਾਂ। ਕਦੇ ਭਲੇ ਕਰਮ ਕਰਦੇ ਹਾਂ, ਉਦੋਂ ਅਸੀਂ ਸਤੋ ਗੁਣੀ ਹਾਂ। ਸੋ ਮਾਇਆ ਦੇ ਤਿੰਨਾਂ ਗੁਣਾਂ ਦਾ ਪਰਮਾਤਮਾ ਨੇ ਫਿਰ ਵਿਸਥਾਰ ਕਰਤਾ ਅੱਡ ਤਰੀਕੇ ਨਾਲ। ਨਿਰਗੁਣ ਅਤੇ ਸਰਗੁਣ ਦ੍ਰਿਸ਼ਟਾਰੰਗ। ਨਿਰਗੁਣ ਤੋਂ ਪਰਮਾਤਮਾ ਫਿਰ ਸਰਗੁਣ ਹੁਣ ਦਿਸਣ ਲੱਗ ਗਏ, ਸਾਡਾ ਸਰੂਪ ਹੋ ਗਿਆ। ਸਗਲ ਭਾਂਤ ਕਰ ਕਰਹਿ ਉਪਾਇਓ। ਉਹਨੇ ਅਨੇਕਾਂ ਤਰੀਕਿਆਂ ਨਾਲ ਜੀਵ ਪੈਦਾ ਕਰ ਦਿੱਤੇ, ਭਾਂਤ ਭਾਂਤ ਦੇ। ਜਨਮ ਮਰਨ ਮਨ ਮੋਹ ਵਧਾਇਓ। ਅਤੇ ਉਹਨਾਂ ਜੀਵ ਜੰਮਣਾ ਵੀ ਲਿਖਤਾ, ਮਰਨਾ ਵੀ ਲਿਖਦਾ, ਅਤੇ ਮੋਹ 'ਚ ਫਸੇ ਰਹਿਣਾ ਵੀ ਲਿਖਦਾ। ਤੁਸੀਂ ਮੋਹ 'ਚ ਰਹੋਗੇ, ਸਰੀਰਾਂ ਦੇ ਮੋਹ 'ਚ, ਮਾਇਆ ਦੇ ਮੋਹ 'ਚ, ਚੀਜ਼ਾਂ ਦੇ ਮੋਹ 'ਚ। ਮੋਹ 3 ਪ੍ਰਕਾਰ ਦਾ ਹੁੰਦਾ। ਜਾਂ ਤਾਂ ਸਾਡਾ ਕਿਸੇ ਸਰੀਰ ਨਾਲ ਮੋਹ ਹੁੰਦਾ ਹੈ, ਜਾਂ ਕਿਸੇ ਚੀਜ਼ ਨਾਲ ਹੁੰਦਾ ਹੈ, ਜਾਂ ਮਾਇਆ ਨਾਲ ਹੁੰਦਾ ਹੈ। ਜਦੋਂ ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਧਿਆਨ ਕਿਤੇ ਜਾਵੇ ਤੁਹਾਡਾ ਤਾਂ ਨੋਟ ਕਰ ਲਿਓ, ਜਾਂ ਤਾਂ ਕਿਸੇ ਸਰੀਰ ਵੱਲ ਧਿਆਨ ਗਿਆ, ਜਾਂ ਕਿਸੇ ਚੀਜ਼ ਵੱਲ ਗਿਆ, ਅਤੇ ਜਾਂ ਫਿਰ ਮਾਇਆ ਵੱਲ ਚਲਿਆ ਗਿਆ। ਧੀ ਦਾ ਵਿਆਹ ਰੱਖਿਆ, ਉਹਦਾ ਧਿਆਨ ਚਲੇ ਆ ਗਿਆ ਨਾ, ਸਰੀਰ ਯਾਦ ਵੀ ਧੀ ਦਾ ਵਿਆਹ ਕਰਨਾ ਸੀ, ਫਿਰ ਮਾਇਆ ਵੱਲ ਖਿਆਲ ਚਲਿਆ ਗਿਆ, ਮਾਇਆ ਚਾਹੀਦੀ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਹੈ, ਇਹ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੈ। ਅਤੇ ਜਿਹੜਾ ਮੋਹ ਹੈ, ਸਭ ਤੋਂ ਵੱਡੀ ਰੁਕਾਵਟ ਬਣ ਜਾਂਦਾ ਭਜਨ ਬੰਦਗੀ 'ਚ। ਮੋਹ ਤੋਂ ਖਹਿੜਾ ਛਡਾਉਣ ਲਈ ਪੁਰਾਣੇ ਜ਼ਮਾਨੇ 'ਚ ਸਾਧੂ ਜਿਹੜੇ ਸਨ, ਘਰ-ਬਾਰ ਛੱਡ ਕੇ ਚਲੇ ਜਾਂਦੇ ਸਨ। ਘਰ-ਬਾਰ ਛੱਡ ਚਲੇ ਜਾਂਦੇ ਵੀ ਜੇ ਪਰਿਵਾਰ 'ਚ ਰਹਾਂਗੇ ਤਾਂ ਮੋਹ ਹੋਏਗਾ, ਮੋਹ ਹੋਏਗਾ ਤਾਂ ਭਜਨ ਬੰਦਗੀ ਕਰਨੀ ਹੋਣੀ।
ਸਿੱਖ ਧਰਮ ਕਹਿੰਦੇ ਨਹੀਂ, ਤੁਸੀਂ ਪਰਿਵਾਰ 'ਚ ਹੀ ਰਹਿਣਾ ਹੈ। ਪਰਿਵਾਰ ਨਹੀਂ ਛੱਡਣਾ, ਪਰਿਵਾਰ ਦਾ ਮੋਹ ਛੱਡਣਾ ਹੈ, ਉਹਦਾ ਮੋਹ ਛੱਡਣਾ ਹੈ। ਤੁਸੀਂ ਕਹੋ ਜੀ ਵੀ ਗੱਲ ਸਮਝ ਨਹੀਂ ਆਈ, ਵੀ ਪਰਿਵਾਰ ਨਹੀਂ ਛੱਡਣਾ, ਮੋਹ ਛੱਡਣਾ ਹੈ। ਉਹਦੀ ਮੈਂ ਉਦਾਹਰਨ ਦਿਆ ਕਰਦਾ। ਮੇਰੇ ਘਰ 'ਚ ਕਿਸੇ ਦਾ ਲੜਕਾ ਆ ਕੇ ਚੋਰੀ ਕਰ ਰਿਹਾ, ਮੈਂ ਉਹਨੂੰ ਫੜ ਲਿਆ, ਮੇਰਾ ਜੀਅ ਕਰੇ ਮੈਂ ਕੁੱਟ-ਕੁੱਟ ਕੇ ਮਾਰਦਾ। ਮੇਰਾ ਲੜਕਾ ਕਿਸੇ ਦੇ ਘਰ ਚੋਰੀ ਕਰਦਾ ਫੜਿਆ ਜਾਵੇ ਤਾਂ ਮੇਰੀ ਕੋਸ਼ਿਸ਼ ਹੋਏਗੀ ਇਹਨੂੰ ਨਾ ਕੁੱਟਣ, ਇਹਨੂੰ ਮਾਫ਼ ਕਰ ਦੇਣ, ਇਹ ਭੱਜਿਆ ਫਿਰਾਂਗਾ ਮੈਂ। ਇਹੀ ਮੋਹ ਹੈ, ਇਹੀ ਮੋਹ ਹੈ। ਮੈਨੂੰ ਤਾਂ ਇੱਕੋ ਬੰਦਾ 80 ਸਾਲ ਤੱਕ ਦੀ ਉਮਰ ਤੱਕ ਟੱਕਰਿਆ। ਸਾਡੇ ਪਿੰਡ ਦਾ ਜਿਹੜਾ ਥਾਣੇਦਾਰ ਸੀ ਉਹਦਾ ਪੀਐਨ ਸੀ, ਉਹਦੀ ਘੋੜੀ ਦੀ ਸਾਂਭ ਸੰਭਾਲ ਕਰੇ। ਪਹਿਲਾਂ ਜੀਪਾ ਜੂਪਾ ਕੋਈ ਨਹੀਂ, ਪੁਲਿਸ ਵਾਲਾ ਕੋਲ ਹੁੰਦੀਆਂ, ਸਰਕਾਰ ਨੇ ਘੋੜੀਆਂ ਦਿੱਤੀਆਂ ਹੁੰਦੀਆਂ, ਇੱਕ ਤਾਂ ਦੂਜੀ ਦਾ ਜਾਣ। ਉਹਦਾ ਮੁੰਡਾ ਸੀ ਚੋਰ, ਚੌਕੀਦਾਰ ਦਾ। ਮੀਂਹ ਪੈ ਕੇ ਹਟਿਆ, ਪੁਰਾਣੇ ਜ਼ਮਾਨੇ 'ਚ ਕੱਚੇ ਕੋਠੇ ਹੁੰਦੇ ਸਨ, ਕਦੀ ਛੱਤ ਢਹਿ ਗਈ, ਉਹਨੇ ਰਾਤੇ ਰਾਤ ਛਤੀਰ ਚੱਕ ਲਿਆ। ਹੁਣ ਗਿੱਲੀ ਧਰਤੀ ਹੋਣ ਕਰਕੇ ਪੈੜਾਂ ਪੈ ਗਈਆਂ, ਉਹ ਪੈੜ ਘਰ ਤੱਕ ਆ ਗਈ। ਸਵੇਰੇ ਰੌਲਾ ਪੈ ਗਿਆ, ਛਤੀਰ ਚੱਕ ਕੇ ਲੱਗੇ, ਛਤੀਰ ਚੱਕ ਕੇ ਲੱਗੇ। ਲੋਕ ਇਕੱਠੇ ਹੋ ਗਏ ਜੀ, ਉਹ ਪੈੜ ਦੇ ਮਗਰ ਮਗਰ ਤੁਰ ਗਏ। ਉਹ ਪੈੜ ਉਸ ਪੀਐਨ ਦੇ ਘਰ ਪਹੁੰਚ ਗਏ। ਲੋਕਾਂ ਨੇ ਜਾ ਕੇ ਥਾਣੇ ਸ਼ਿਕਾਇਤ ਲਿਖਾਤੀ, ਫਲਾਣੇ ਚਪੜਾਸੀ ਦਾ ਮੁੰਡਾ ਜਿਹੜਾ ਹੈ ਸਾਡਾ ਛਤੀਰ ਚੱਕ ਲਿਆ। ਥਾਣੇਦਾਰ ਉਸ ਨੂੰ ਕੁੱਟ ਰਿਹਾ ਹੈ, ਅਤੇ ਕਈ ਉਹਨੂੰ ਪੀਐਨ ਨੂੰ ਕਹਿੰਦੇ ਵੀ ਤੂੰ ਤਾਂ ਥਾਣੇਦਾਰ ਦਾ ਖਾਸ ਬੰਦਾ ਹੈ, ਤੂੰ ਜਾ ਕੇ ਛੁਡਾ ਲਿਆ। ਨਾ, ਕਹਿੰਦੇ ਪਹਿਣ ਦੇ ਉਹਨੂੰ ਕੁੱਟ, ਇਹ ਨਹੀਂ ਤਾਂ ਕੱਲ੍ਹ ਨੂੰ ਹੋਰ ਕਿਸੇ ਦਾ ਚੱਕੂਗਾ, ਪਰਸੋਂ ਕਿਸੇ ਨੂੰ ਹੋਰ ਚੱਕੇਗਾ, ਇਹਨੂੰ ਆਦਤ ਪੈ ਜਾਏਗੀ, ਇਹਨੂੰ ਕੁੱਟ ਪਈ ਜਾਣ ਦੇ। ਛੁਡਾ ਕੇ ਨਹੀਂ ਲਿਆ ਇਹਨੂੰ, ਕੋਈ ਸਿਫਾਰਿਸ਼ ਨਹੀਂ ਲਿਆ, ਕਹਿੰਦੇ ਪਹਿਣ ਦੇ ਇਹਨੂੰ ਕੁੱਟ। ਹੋਰ ਤਾਂ ਮੈਨੂੰ ਕੋਈ ਟੱਕਰਿਆ ਨਹੀਂ ਹੈਗਾ ਵੀ ਜੇ ਮੁੰਡੇ ਨੂੰ ਕੁੱਟ ਪੈ ਰਹੀ ਹੋਵੇ ਤਾਂ ਭੱਜ ਨੱਠ ਨਾ ਕਰੇ, ਉਹ ਜ਼ਰੂਰ ਭੱਜ ਨੱਠ ਕਰੇਗਾ। ਭਾਵੇਂ ਪਤਾ ਹੈ ਵੀ ਮੇਰਾ ਮੁੰਡਾ ਗਲਤ ਹੈ, ਮੇਰੇ ਮੁੰਡੇ ਦਾ ਕਸੂਰ ਹੈ, ਇਸ ਦੇ ਬਾਅਦ ਅਸੀਂ ਮੋਹ ਦੇ ਅਧੀਨ ਉਹਨੂੰ ਛੁਡਾਉਣ ਲਈ ਜਾਵਾਂਗੇ। ਇਹਨੂੰ ਕਹਿੰਦੇ ਮੋਹ। ਗੁਰੂ ਮਹਾਰਾਜ ਕਹਿੰਦੇ ਮੋਹ ਛੱਡਣਾ ਹੈ, ਮਾਇਆ ਛੱਡਣ ਦੀ ਲੋੜ ਨਹੀਂ, ਮਾਇਆ ਦਾ ਮੋਹ ਛੱਡਣਾ। ਮਾਇਆ ਦਾ ਮੋਹ ਸਾਡੇ ਤੋਂ ਕੀ ਕਰਾਉਂਦਾ? ਚੋਰੀਆਂ ਕਰਾਉਂਦਾ, ਡਾਕੇ ਮਰਵਾਉਂਦਾ, ਠੱਗੀਆਂ ਕਰਾਉਂਦਾ, ਮਿਲਾਵਟ ਕਰਾਉਂਦਾ, ਧੋਖਾਧੜੀ ਕਰਾਉਂਦਾ, ਰਿਸ਼ਵਤਾਂ ਲੈਂਦਾ, ਮਕਾਨ ਦੱਬ ਲਿਆ, ਪਲਾਟ ਦੱਬ ਲਿਆ, ਪੈਸੇ ਲੈ ਕੇ ਮੁੱਕਰ ਗਿਆ। ਇਹਦਾ ਮਤਲਬ ਇਹ ਮਾਇਆ ਨਾਲ ਮੋਹ ਹੈ, ਨਾ ਮੋਹ ਹੈ। ਜੇ ਮਾਇਆ ਨਾਲ ਮੋਹ ਨਹੀਂ, 10 ਨੂੰਹ ਦੀ ਕਿਰਤ ਕਰੇਗਾ, ਇੱਕ ਪੈਸਾ ਵੀ ਹਰਾਮ ਦਾ ਪ੍ਰਵਾਨ ਨਹੀਂ ਕਰੇਗਾ। ਇਸ ਲਈ ਜਿਹੜਾ ਮੋਹ ਹੈ, ਇਹ ਸਭ ਤੋਂ ਵੱਡੀ ਭਜਨ ਬੰਦਗੀ ਜੋ ਰੁਕਾਵਟ ਹੁੰਦੀ ਹੈ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਨੇ ਜੰਮਣ ਮਰਨ ਬਣਾਤਾ, ਮਨ 'ਚ ਮੋਹ ਵਧਾਤਾ ਹੈ, ਵਧਾਇਓ ਵਧਾਤਾ। ਦੋਹੋਂ ਭਾਂਤ ਤੇ ਆਪ ਨਿਰਾਰਾ, ਪਰ ਪਰਮਾਤਮਾ ਆਪ ਨਿਰਲੇਪ ਹੈ, ਆਪ ਨਿਰਾਲਾ ਹੈ, ਦੋਨਾਂ ਭਾਂਤਾਂ ਤੋਂ, ਦੋਨਾਂ ਤਰੀਕਿਆਂ ਤੋਂ। ਨਾਨਕ ਅੰਤ ਨਾ ਪਾਰਾ ਭਾਰਾ, ਪਰਮਾਤਮਾ ਦਾ ਕੋਈ ਅੰਤ ਨਹੀਂ, ਨਾ ਕੋਈ ਉਰਲਾ ਬੰਨਾ, ਨਾ ਕੋਈ ਪਰਲਾ ਬੰਨਾ ਹੈ। ਸ਼ਲੋਕ। ਸੇਈ ਸ਼ਾਹ ਭਗਵੰਤ ਸੇ, ਸੱਚ ਸੰਪੈ ਹਰ ਰਾਸ, ਨਾਨਕ ਸੱਚ ਸੁਚ ਪਾਈਐ, ਤਿਹ ਸੰਤਨ ਕੈ ਪਾਸ। ਸੇਈ ਸ਼ਾਹ ਭਗਵੰਤ ਸੇ, ਸੇਈ ਬਹੁਵਚਨ ਹੁੰਦਾ, ਸੋਈ ਇੱਕ ਵਚਨ ਹੁੰਦਾ, ਸੇਈ ਬਹੁਵਚਨ ਹੁੰਦਾ। ਜੇ ਸੋਈ ਹੁੰਦਾ ਫਿਰ ਸ਼ਾਹ ਹਾਹੇ ਨੂੰ ਔਂਕੜ ਹੋਣਾ ਸੀ, ਇੱਕ ਵਚਨ ਹੋ ਜਾਣਾ ਸੀ। ਸੇਈ ਬਹੁਵਚਨ ਹੋਣ ਕਰਕੇ ਅੱਗੇ ਸ਼ਾਹ ਵੀ ਬਹੁਵਚਨ ਹੈ। ਦਿਸ ਮੈਨ, ਮੈਨ ਇੱਕ ਵਚਨ ਹੈ, ਅੱਗੇ ਲੱਗੇ ਦਿਸ। ਦੀਜ਼ ਮੈਨ, ਮੈਨ ਬਹੁਵਚਨ ਉਹਦੇ ਅੱਗੇ ਲੱਗਾ ਦੀਜ਼, ਕਿਉਂਕਿ ਦੀਜ਼ ਬਹੁਵਚਨ ਅੱਗੇ ਮੈਨ ਲੱਗਾ, ਮੈਨ ਨਹੀਂ ਹੋ ਸਕਦਾ। ਦਿਸ ਇੱਕ ਵਚਨ ਉਹਦੇ ਅੱਗੇ ਮੈਨ ਨਹੀਂ ਹੋ ਸਕਦਾ, ਮੈਨ ਹੋਏਗਾ। ਸਾਰੇ ਥਾਂ ਦੇ ਨਿਯਮ ਉਹੀ ਹੈ, ਅੰਗਰੇਜ਼ੀ ਹੈ, ਪੰਜਾਬੀ ਹੈ, ਚਾਹੇ ਗੁਰਬਾਣੀ ਹੈ, ਚਾਹੇ ਕੋਈ ਨਿਯਮ ਇੱਕੋ ਹੀ ਨਹੀਂ, ਉਹੀ ਨਹੀਂ। ਸਿਰਫ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਸਹੀ ਸ਼ਬਦ ਇੱਕ ਵਚਨ ਹੈ ਕਿ ਬਹੁਵਚਨ ਹੈ। ਜਿਹੜੀ ਮੈਂ ਕਿਤਾਬ ਲਿਖੀ ਉਹਦੇ ਵਿੱਚ ਲਿਖਿਆ ਹੋਇਆ ਨਿਯਮਾਂ ਦੇ ਵਿੱਚ ਇੱਕ ਵਚਨ ਬਹੁਵਚਨ ਲਿਖੇ ਹੋਏ ਨੇ।
ਸੋ ਇੱਕ ਵਚਨ ਹੈ, ਸਹੀ ਬਹੁਵਚਨ ਹੈ, ਇਸ ਤਰ੍ਹਾਂ ਲਿਖੇ ਹੋਏ ਨੇ। ਉਹ ਤੁਸੀਂ ਪੜ੍ਹੋ ਨਾ ਪੜ੍ਹੋ ਤੁਹਾਡੀ ਕੋਈ ਵੱਖਰੀ ਗੱਲ ਹੈ, ਕਿਉਂਕਿ ਹੁਣ ਪੰਜਾਬ ਦੇ ਲੋਕ ਮਿਹਨਤੀ ਤਾਂ ਰਹੇ ਨਹੀਂ ਹੈਗੇ, ਇਹਨਾਂ ਤੋਂ ਕੋਈ ਉਮੀਦ ਨਹੀਂ ਬਹੁਤੀ ਮੈਨੂੰ ਵੀ ਕੋਈ ਰੰਗ ਲਾ ਦੇਣਗੇ। ਇਸ ਲਈ ਵੱਡੀਆਂ ਵੱਡੀਆਂ ਅਫਸਰੀਆਂ ਇਹਨਾਂ ਨੂੰ ਮਿਲ ਹੀ ਨਹੀਂ ਰਹੀਆਂ, ਫਿਰੀ ਜਾਂਦੇ ਬਸ। ਹੁਣ ਕੰਡਮ ਜੋ ਹੋਏ ਹੋਏ ਨੇ, ਚਲੋ ਜੀ ਫੌਰਨ ਚਲੋ, ਲੇਬਰ ਹੀ ਕਰਨੀ, ਚਲੋ ਚਲੋ ਬਾਹਰ, ਚਲੋ ਜੀ ਬਾਹਰ। ਇੱਥੇ ਨਾ ਪੁੱਛਦੇ ਕੋਈ ਨਹੀਂ, ਆਉਂਦਾ ਹੀ ਕੱਖ ਨਹੀਂ, ਕੁਛ ਕੋਈ ਆਉਂਦਾ ਹੀ ਕੁਛ ਨਹੀਂ ਹੈ। ਇੱਕ ਵਾਰੀ ਮੇਰਾ ਮੂਡ ਬਣ ਗਿਆ, +2 ਸੀ, ਮੈਂ ਲੈ ਵੀ A ਤੋਂ ਲੈ ਕੇ Z ਤੱਕ ਲਿਖਣਾ ਕੈਪੀਟਲ ਲੈਟਰ 'ਚ, ਸਮਾਲ ਲੈਟਰ 'ਚ। ਜਿਹੜਾ ਸ਼ੁੱਧ ਲਿਖ ਕੇ ਮੈਨੂੰ 100 ਰੁਪਏ ਉਸ ਵੇਲੇ, ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ, ਮੈਂ 100 ਰੁਪਏ ਇਨਾਮ ਦੇਵਾਂਗਾ ਜਿਹੜਾ +2 ਦਾ ਕੋਈ ਬੱਚੇ A ਤੋਂ ਲੈ ਕੇ Z ਤੱਕ ਕੈਪੀਟਲ ਲੈਟਰ ਲਿਖਦੇ ਅਤੇ A ਤੋਂ ਲੈ ਕੇ ਜਿਹੜਾ ਸਮਾਲ ਲੈਟਰ ABC ਲਿਖਦੇ। ਨਹੀਂ ਆਈ, ਇੱਕ ਨੂੰ ਵੀ ਨਹੀਂ ਆਈ। ਕੋਈ ਵੱਡਿਆਂ ਦੇ ਵਿੱਚ ਛੋਟੇ ਪੈ ਜਾਂਦੇ ਨੇ, ਕੋਈ ਵਿੱਚ ਆੜ ਹੀ ਗਏ। ਹਾਂ, ਤੁਹਾਨੂੰ ਮੈਂ ਕਹਿੰਦਾ ਆ ਲਓ ਕਾਗਜ਼ ਅਤੇ ਆ ਲਓ ਪੈਨ, ਊੜੇ ਤੋਂ ਲੈ ਕੇ ਆੜੇ ਤੱਕ ਲਿਖੋ, ਲੈ ਤੁਹਾਡੇ 'ਚ ਕਈ ਫੇਲ ਹੋ ਜਾਣਗੇ, ਆਉਣੇ ਹੀ ਨਹੀਂ ਹੈਗੇ, ਕਈ ਰਹਿ ਜਾਣਗੇ। ਅਤੇ ਫਿਰ ਕੀ ਉਮੀਦ ਕੀਤੀ ਵੀ ਆ ਜੀ DC ਲੱਗਣਗੇ ਜੀ। ਚਲੋ ਦਾਤਾ ਪਹਿਲੇ ਹੀ ਕਹਿ ਰਹੇ, ਪੰਜਾਬ ਦੇ ਲੋਕ ਦਿਨੋਂ ਦਿਨ ਨਖਿੱਧ ਹੋਈ ਜਾ ਰਹੇ ਨੇ। ਇਹ ਤਾਂ ਸ਼ੁਕਰ ਹੈ ਜੇ ਕਨੇਡਾ ਨੇ ਖੋਲ੍ਹਿਆ ਹੋਇਆ ਹੈ, ਨਹੀਂ ਤਾਂ ਇਹ ਸਿਆਪਾ ਖੜਾ ਹੋ ਜਾਏ। ਹਰਲ ਕਰੀ ਜਾਗੇ ਦੁਨੀਆ, ਮੋਟਰਸਾਈਕਲ ਇੱਕ ਜਿਹੇ ਭਿੜੀ ਜਾਣਗੇ। ਸਹੀ ਸ਼ਾਹ ਭਗਵੰਤ ਸੇ, ਸੱਚ ਸੰਪੈ ਹਰ ਰਾਸ। ਉਹੀ ਸ਼ਾਹੂਕਾਰ ਹਨ, ਉਹੀ ਭਗਵੰਤ ਭਾਗਾਂ ਵਾਲੇ ਹਨ। ਕੌਣ? ਸੱਚ ਸੰਪੈ ਹਰ ਰਾਸ, ਜਿਹੜੇ ਪਰਮਾਤਮਾ ਦੇ ਨਾਮ ਦੀ ਪੂੰਜੀ ਇਕੱਠੀ ਕਰਦੇ ਨੇ, ਰਾਸ ਪੂੰਜੀ। ਜਿਹੜੇ ਪਰਮਾਤਮਾ ਦੇ ਨਾਮ ਦੀ ਪੂੰਜੀ, ਪਰਮਾਤਮਾ ਦਾ ਨਾਮ ਧਨ ਇਕੱਠਾ ਕਰਦੇ ਨੇ, ਕਹਿੰਦੇ ਉਹੀ ਸ਼ਾਹੂਕਾਰ ਨੇ, ਉਹੀ ਭਾਗਾਂ ਵਾਲੇ ਹਨ। ਨਾਨਕ ਸੱਚ ਸੁੱਚ ਪਾਈਐ, ਤਿਹ ਸੰਤਨ ਕੈ ਪਾਸ। ਅਤੇ ਜਿਹੜੇ ਸੰਤ ਹੁੰਦੇ ਨੇ ਉਹਨਾਂ ਕੋਲ ਕੀ ਹੈ? ਸੱਚ ਅਤੇ ਸੁੱਚ। ਉਹਨਾਂ ਕੋਲ ਪਰਮਾਤਮਾ ਦਾ ਨਾਮ ਅਤੇ ਮਨ ਦੀ ਸੁੱਚਤਾ, ਉਹ ਸੰਤਾਂ ਦੀ ਸੰਗਤ ਕਰਕੇ ਪ੍ਰਾਪਤ ਹੋਣੀ ਹੈ। ਨਾਨਕ ਸੱਚ ਸੁੱਚ ਪਾਈਐ, ਤਿਹ ਸੰਤਨ ਕੈ ਪਾਸ। ਅਤੇ ਪਰਮਾਤਮਾ ਦੇ ਸੰਤਾਂ ਤੋਂ ਸੱਚ ਅਤੇ ਸੁੱਚ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਮਹਾਰਾਜ ਕਹਿੰਦੇ, ਸੇਈ ਸ਼ਾ ਭਗਵੰਤ ਸੇ, ਸੱਚ ਸੰਪੈ ਹਰ ਰਾਸ। ਸੇਈ ਸ਼ਾ ਭਗਵੰਤ ਸੇ, ਸੱਚ ਸੰਪੈ ਹਰ ਰਾਸ। ਸ਼ਾ ਭਗਵੰਤ ਸੇ, ਸੱਚ ਸੰਪੈ ਹਰ ਰਾਸ। ਨਾਨਕ ਸੱਚ ਸੁੱਚ ਪਾਈਐ, ਤਿਹ ਸੰਤਨ ਕੈ ਪਾਸ। 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 ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।